ਸ੍ਰੀ ਵਾਹਿਗੁਰੂ ਸਾਹਿਬ ਜੀ। ਬਾਰਹ ਮਾਹ ਮਾਝ ਮਹੱਲਾ ਪੰਜਵਾ। ਘਰ ਚੌਥਾ। ਇੱਕ ਓੰਕਾਰ ਸਤਿਗੁਰ ਪ੍ਰਸਾਦਿ। ਬਾਰਹ ਮਾਹ ਮਾਝ ਮਹੱਲਾ ਪੰਜਵਾ। ਘਰ ਚੌਥਾ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਕਿਰਤ ਕਰਮ ਕੇ ਵਿਛੋੜੇ ਕਰ ਕਿਰਪਾ ਮਿਲਹੁ ਰਾਮ। ਚਾਰ ਕੁੰਟ ਦਹ ਦਿਸ ਭ੍ਰਮੇ ਥਕ ਆਏ ਪ੍ਰਭ ਕੀ ਸਾਮ। ਧੰਨ 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 ਸਤਿਗੁਰੂ ਚਵਰ ਤਖਤਾਂ ਦੇ ਮਾਲਕ, ਗੁਰਤਾ ਗੱਦੀ ਤੇ ਸੁਭਾਏਮਾਨ। ਹਾਜ਼ਰਾ ਹਜੂਰ ਜਾਹਰਾ ਜਹੂਰ ਸਰਬ ਕਲਾ ਭਰਪੂਰ ਸਮਰੱਥ ਸਤਿਗੁਰੂ। ਸ਼ਬਦ ਬ੍ਰਹਮ ਸਤਿਗੁਰੂ ਵਾਲੀਏ ਕੁਲ ਆਲਮ। ਧੰਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰੂ ਜੀਆਂ ਦੀ ਅਪਾਰ ਬਖਸ਼ਿਸ਼ ਰਹਿਮਤ ਹੋਈ ਹੈ। ਚਾਰ ਪਹਿਰ ਰਾਤ ਸੁੱਖਾਂ ਦੇ ਨਾਲ ਬਤੀਤ ਹੋਈ ਹੈ। ਸਤਿਗੁਰੂ ਜੀਆਂ ਦੀ ਕਿਰਪਾ ਦੇ ਸਦਕਾ ਚਾਰ ਪਹਿਰ ਦਿਹਾੜੇ ਦਿਨ ਪ੍ਰਾਰੰਭ ਹੋਇਆ ਹੈ। ਗੁਰਬਾਣੀ ਦੇ ਪ੍ਰਵਾਹ ਨਿਰੰਤਰ ਚੱਲ ਰਹੇ ਹਨ। ਸਤਿਗੁਰੂ ਜੀਆਂ ਨੇ ਆਪ ਵਿੱਚ ਕਰ ਵਰਤ ਕਰਕੇ ਅੰਮ੍ਰਿਤ ਵੇਲੇ ਨਿਤਨੇਮ ਦੀਆਂ ਹਾਜ਼ਰੀਆਂ ਲਗਵਾਈਆਂ ਹਨ। ਹਾਜ਼ਰੀਆਂ ਤੋਂ ਉਪਰੰਤ ਸਤਿਗੁਰੂ ਜੀਆਂ ਦੀ ਪਾਵਨ ਪਵਿੱਤਰ ਗੁਰਬਾਣੀ 12 ਮਾਹ ਦਾ ਜੋ ਸਿਰਲੇਖ ਹੈ, ਗੁਰਬਾਣੀ ਦਾ ਜਾਪ ਕੀਤਾ ਗਿਆ ਹੈ। ਸਤਿਗੁਰੂ ਜੀਆਂ ਨੇ ਸੁਭਾਗ ਬਖਸ਼ਿਸ਼ ਕੀਤੇ ਹਨ। ਅੱਜ ਚੇਤ ਮਹੀਨੇ ਦੀ ਪ੍ਰਾਰੰਭਤਾ ਹੈ, ਜਿਸ ਨੂੰ ਅਸੀਂ ਆਪਣੀ ਭਾਸ਼ਾ ਦੇ ਵਿੱਚ, ਪੰਜਾਬੀ ਭਾਸ਼ਾ ਦੇ ਵਿੱਚ ਚੇਤਰ ਵੀ ਬੋਲ ਦਿੰਦੇ ਹਾਂ। ਨਾਲ ਦੀ ਨਾਲ ਨਵੇਂ ਸਾਲ ਦੀ ਗੁਰਮਤਿ ਦੇ ਅਨੁਸਾਰ ਪ੍ਰਾਰੰਭਤਾ ਹੈ। ਨਾਲ ਦੀ ਨਾਲ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੀ ਨਾਵੀਂ ਜੋਤ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀਆਂ ਦਾ ਪ੍ਰਕਾਸ਼ ਪੁਰਬ ਹੈ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਿਰਪਾ ਕਰਨ। ਬਿਨ ਭਾਗਾ ਸਤ ਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀਉ। ਵੱਡੇ ਭਾਗਾਂ ਤੋਂ ਬਿਨਾ, ਚੰਗੇ ਕਰਮਾਂ ਤੋਂ ਬਿਨਾ ਗੁਰੂ ਦੀ ਸੰਗਤ ਪ੍ਰਾਪਤ ਨਹੀਂ ਹੁੰਦੀ। ਜਿਨ੍ਹਾਂ ਦੇ ਭਾਗ ਵੱਡੇ ਨੇ ਉਹੀ ਗੁਰੂ ਸੰਗਤ ਵਿੱਚ ਆਣ ਕਰਕੇ ਦਰਸ਼ਨ ਦੀਦਾਰ ਕਰਦੇ ਨੇ। ਸੋ ਸਤਿਗੁਰੂ ਕਿਰਪਾ ਕਰਨ, ਆਪ ਵਿੱਚ ਵਰਤ ਕਰਕੇ ਜੋ ਅੱਜ ਚੇਤਰ ਦਾ ਮਹੀਨਾ ਹੈ, ਇਸ ਮਹੀਨੇ ਦੀ ਪਾਵਨ ਪਵਿੱਤਰ ਵਿਚਾਰ ਆਪ ਵਿੱਚ ਵਰਤ ਕਰਕੇ ਕਰਵਾ ਲੈਣ। ਆਪ ਸਤਿਗੁਰੂ ਜੀ ਮਿਹਰਾਂ ਭਰਿਆ ਹੱਥ ਰੱਖ ਕਰਕੇ ਸੇਵਾਵਾਂ ਲੈਣ। ਆਓ ਆਪਣੇ ਮਨਾਂ ਨੂੰ ਇਕਾਗਰ ਕਰੀਏ, ਸਤਿਗੁਰੂ ਜੀਆਂ ਦੇ ਚਰਨਾਂ ਪਾਸ ਸੀਸ ਨਵਾਈਏ। ਬੜੇ ਪ੍ਰੇਮ ਦੇ ਨਾਲ, ਸਤਿਕਾਰ ਦੇ ਨਾਲ ਉਚਾਰਨ ਕਰਨਾ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। 12 ਮਾਹਾ ਮਾਝ ਮਹੱਲਾ ਪੰਜਵਾ। ਘਰ ਚੌਥਾ। ਕੁਝ ਪਿਛਲੇ ਸਮਿਆਂ ਦੇ ਅੰਦਰ ਕਰਮਕਾਂਡੀ ਜੀਵ ਸੰਗਰਾਂਦ ਦੇ ਦਿਹਾੜੇ ਦੇ ਉੱਪਰ ਕਰਮਕਾਂਡਾਂ ਵਿੱਚ ਪੈ ਕਰਕੇ ਕਿ ਆਹ ਵਾਲੇ ਮਹੀਨੇ ਦੇ ਅੰਦਰ ਅਸੀਂ ਆਹ ਵਾਲਾ ਕਾਰਜ ਨਹੀਂ ਕਰਨਾ, ਜਾਂ ਆਹ ਵਾਲੇ ਦਿਨ ਦੇ ਅੰਦਰ ਇਹ ਜਿਹੜੇ ਕੰਮ ਹਨ ਅਸ਼ੁਭ ਹਨ, ਐਸੇ ਤਰ੍ਹਾਂ ਦੀਆਂ ਵਿਚਾਰਾਂ ਕਰਦੇ ਸਨ। ਪਰ ਸਾਡੇ ਜੀਵਾਂ ਉੱਪਰ ਉਸ ਗੁਰੂ ਅਕਾਲ ਪੁਰਖ ਵਾਹਿਗੁਰੂ ਜੀ ਸਮਰੱਥ ਸਤਿਗੁਰੂ ਜੀਆਂ ਨੇ ਅਪਾਰ ਬਖਸ਼ਿਸ਼ ਰਹਿਮਤ ਕੀਤੀ। ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੇ ਜਿਵੇਂ ਕਿ ਹਰ ਮਹੀਨੇ ਦਾ ਉਪਦੇਸ਼ ਹੈ, ਹਰ ਦਿਨ ਦਾ ਉਪਦੇਸ਼ ਹੈ, ਇੱਥੋਂ ਤੱਕ ਕਿ ਇੱਕ ਸਵਾਸ ਦਾ ਵੀ ਸਤਿਗੁਰੂ ਜੀਆਂ ਨੇ ਉਪਦੇਸ਼ ਬਖਸ਼ਿਸ਼ ਕੀਤਾ ਹੈ ਕਿ ਮਨੁੱਖ ਨੂੰ ਇੱਕ ਦਿਨ ਦੇ ਅੰਦਰ ਕੀ ਕਰਨਾ ਚਾਹੀਦਾ ਹੈ, ਜਾਂ ਆਹ ਵਾਲੇ ਦਿਨ ਕੀ ਕਰਨਾ ਚਾਹੀਦਾ ਹੈ, ਆਹ ਮਹੀਨੇ ਦੇ ਅੰਦਰ ਕੀ ਕਰਨਾ ਚਾਹੀਦਾ, ਹਰ ਇੱਕ ਸਵਾਸ ਦੇ ਨਾਲ ਕੀ ਕਰਨਾ ਚਾਹੀਦਾ। ਪਰਮਾਤਮਾ ਵਾਹਿਗੁਰੂ ਜੀਆਂ ਨੇ ਸਾਨੂੰ ਕਰਮ ਕਾਂਡਾਂ ਤੋਂ ਬਚਾਉਂਦਿਆਂ ਹੋਇਆਂ ਇਹ ਉਪਦੇਸ਼ ਦਿੱਤੇ ਨੇ ਕਿ ਹੇ ਭਾਈ ਸਿੱਖਾ, ਤੂੰ ਗੁਰੂ ਵਾਲਾ ਬਣ, ਗੁਰੂ ਦੀ ਸਿੱਖਿਆ ਨੂੰ ਆਪਣੇ ਹਿਰਦੇ ਦੇ ਅੰਦਰ ਧਾਰਨ ਕਰ, ਗੁਰੂ ਦੀ ਗੁਰਬਾਣੀ ਨੂੰ ਪੜ੍ਹ ਕਰਕੇ ਵਿਚਾਰਨਾ ਕਰ, ਉਸ ਵਿਚਾਰੀ ਹੋਈ ਗੁਰਬਾਣੀ ਨੂੰ ਹਿਰਦੇ ਉੱਪਰ ਵਸਾ ਕਰਕੇ ਆਪਣੀ ਜ਼ਿੰਦਗੀ ਨੂੰ ਜਿਉਣਾ ਕਰ। ਸਤਿਗੁਰੂ ਜੀਆਂ ਨੇ ਇਸੇ ਤਰ੍ਹਾਂ ਸਭ ਤੋਂ ਪਹਿਲਾਂ ਤੁਖਾਰੀ ਰਾਗ ਦੇ ਅੰਦਰ ਇਹਨਾਂ 12 ਮਹੀਨਿਆਂ ਦਾ ਉਪਦੇਸ਼ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀਆਂ ਨੇ ਦਿੱਤਾ। ਉਸ ਤੋਂ ਉਪਰੰਤ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀਆਂ ਨੇ ਮਾਝ ਰਾਗ ਦੇ ਅੰਦਰ ਜਦੋਂ ਸਿੱਖ ਸੰਗਤ ਨੇ ਇਕੱਠੇ ਹੋ ਕਰਕੇ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਜੀਆਂ ਦੇ ਚਰਨਾਂ ਪਾਸ ਬੇਨਤੀ ਕੀਤੀ, ਨਾਲ ਬਾਬਾ ਬੁੱਢਾ ਸਾਹਿਬ ਜੀਆਂ ਨੇ ਬੇਨਤੀ ਕੀਤੀ ਕਿ ਸਤਿਗੁਰੂ ਜੋ 12 ਮਾਹਾਂ ਦੀ ਬਾਣੀ ਹੈ ਤੁਖਾਰੀ ਰਾਗ ਦੇ ਅੰਦਰ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀਆਂ ਦੀ ਉਹ ਗੁਰਬਾਣੀ ਜਿਹੜੀ ਹੈ ਉਹ ਮਹਿੰਗੀ ਹੈ, ਆਪ ਕਿਰਪਾ ਕਰੋ ਸਰਲ ਅੱਖਰਾਂ ਦੇ ਵਿੱਚ ਸ਼ਬਦਾਂ ਦੇ ਵਿੱਚ ਗੁਰਬਾਣੀ ਦਾ ਉਚਾਰਨ ਕਰੋ ਤਾਂ ਕਿ ਇੱਕ ਆਮ ਸਿੱਖ ਵੀ ਇਸ ਗੁਰਬਾਣੀ ਨੂੰ ਪੜ੍ਹ ਕਰਕੇ ਸਿੱਖਿਆ ਧਾਰਨ ਕਰ ਸਕੇ, ਸਮਝ ਸਕੇ। ਫਿਰ ਗੁਰੂ ਅਰਜਨ ਦੇਵ ਜੀ ਸਾਹਿਬ ਮਹਾਰਾਜ ਜੀਆਂ ਨੇ ਕਿਰਪਾ ਕੀਤੀ ਸਾਡੇ ਉੱਪਰ। 12 ਮਾਹ ਮਾਝ ਮਹੱਲਾ ਪੰਜਵਾ ਇਸ ਗੁਰਬਾਣੀ ਨੂੰ ਮਾਝ ਰਾਗ ਦੇ ਅੰਦਰ ਸਤਿਗੁਰੂ ਜੀਆਂ ਨੇ ਪਵਿੱਤਰ ਗੁਰਬਾਣੀ ਨੂੰ ਉਚਾਰਨ ਕੀਤਾ। ਸਤਿਗੁਰੂ ਜੀ ਬਖਸ਼ਿਸ਼ਾਂ ਕਰ ਰਹੇ ਹਨ। 12 ਮਾਹ ਗੁਰਬਾਣੀ ਦਾ ਨਾਮ ਹੈ ਮਾਝ ਮਹੱਲਾ ਪੰਜਵਾ। ਮਾਝ ਰਾਗ ਹੈ। ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਸੋਮੇ ਗੁਰਬਾਣੀ ਦੇ ਬੋਹਿਤ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਗੁਰਬਾਣੀ ਹੈ। ਘਰ ਚੌਥਾ। ਇਸ ਨੂੰ ਰਾਗੀ ਸਿੰਘਾਂ ਦੁਆਰਾ ਜਾਂ ਕੀਰਤਨ ਦੁਆਰਾ ਇਸ ਗੁਰਬਾਣੀ ਨੂੰ ਗਾਇਨ ਕਰਨ ਦਾ ਸੁਰ ਤਾਲ ਜਿਹੜਾ ਚੌਥੇ ਘਰ ਦੇ ਅੰਦਰ ਗਾਇਨ ਕਰਨ ਦੀ ਹਦਾਇਤ ਹੈ। ਸਤਿਗੁਰੂ ਜੀ ਅੱਗੇ ਕਿਰਪਾ ਕਰ ਰਹੇ ਹਨ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਉਹ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਇੱਕ ਹੈ। ਉਹ ਸਤ ਚੇਤਨ ਪ੍ਰਮਾਤਮਾ ਵਾਹਿਗੁਰੂ ਲਖਿਆ ਨਹੀਂ ਜਾ ਸਕਦਾ, ਮਿਣਿਆ ਨਹੀਂ ਜਾ ਸਕਦਾ, ਤੋਲਿਆ ਨਹੀਂ ਜਾ ਸਕਦਾ। ਉਹ ਅਗੰਮ ਹੈ, ਅਥਾਹ ਹੈ, ਅਡੋਲ ਹੈ। ਐਸੇ ਅਕਾਲ ਪੁਰਖ ਵਾਹਿਗੁਰੂ ਜੀਆਂ ਨੂੰ ਮਿਲਣ ਦਾ ਤਰੀਕਾ ਇੱਕ ਸੱਚਾ ਗੁਰੂ ਸਤਿਗੁਰ ਪ੍ਰਸਾਦ। ਸੱਚੇ ਗੁਰੂ ਦੀ ਕਿਰਪਾ ਦੇ ਨਾਲ ਪ੍ਰਸਾਦ ਤੋਂ ਭਾਵ ਹੁੰਦਾ ਹੈ ਗੁਰੂ ਦੀ ਕਿਰਪਾ। ਸੱਚੇ ਗੁਰੂ ਦੀ ਕਿਰਪਾ ਦੁਆਰਾ ਹੀ ਐਸੇ ਪ੍ਰਮਾਤਮਾ ਵਾਹਿਗੁਰੂ ਜੀਆਂ ਨਾਲ ਮਿਲਾਪ ਹੁੰਦਾ ਹੈ। ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲਾ ਰਾਮ। ਸ੍ਰੀ ਗੁਰੂ ਅਰਜਨ ਦੇਵ ਜੀ ਸਾਹਿਬ ਜੀ ਮਹਾਰਾਜ ਜੀਆਂ ਨੇ 12 ਮਹਾਬਾਣੀ ਦੇ ਪ੍ਰਾਰੰਭ ਦੇ ਵਿੱਚ ਇਹਨਾਂ 2 ਪੰਕਤੀਆਂ ਦੇ ਵਿੱਚ ਇਸ ਗੁਰਬਾਣੀ ਦਾ ਸਿਰਲੇਖ ਲਿਖਿਆ ਹੈ।
ਅਖੀਰ ਦੇ ਵਿੱਚ ਵੀ ਸਤਿਗੁਰੂ ਜੀਆਂ ਨੇ ਗੁਰਬਾਣੀ ਦਾ ਸਿਰਲੇਖ ਲਿਖਿਆ ਹੈ। ਜਿਵੇਂ ਆਪਾਂ ਫਗਣ ਦਾ ਮਹੀਨਾ ਬਤੀਤ ਕਰਕੇ ਆਏ ਹਾਂ, ਉੱਥੇ ਵੀ ਸਤਿਗੁਰੂ ਜੀਆਂ ਨੇ ਕਿਰਪਾ ਕੀਤੀ ਸੀ, ਜਿਨ ਜਿਨ ਨਾਮ ਧਿਆਇਆ ਤਿਨ ਕੇ ਕਾਜ ਸਰੇ। ਇਸੇ ਤਰ੍ਹਾਂ ਗੁਰਬਾਣੀ ਦੇ ਪ੍ਰਾਰੰਭ ਦੇ ਵਿੱਚ ਕਿ ਜੀਵ ਜਿਹੜਾ ਹੈ ਨਾ ਉਹ ਕਾਹਦੇ ਕਰਕੇ ਪਰਮਾਤਮਾ ਤੋਂ ਦੂਰ ਹੈ, ਕਿਸ ਵਜ੍ਹਾ ਕਰਕੇ ਪਰਮਾਤਮਾ ਦੇ ਨੇੜੇ ਨਹੀਂ, ਪਰਮਾਤਮਾ ਦਾ ਡਰ ਨਹੀਂ, ਭਉ ਨਹੀਂ, ਸਤਿਕਾਰ ਨਹੀਂ, ਕਿਸ ਕਰਕੇ ਸਤਿਗੁਰੂ ਜੀ ਇੱਥੇ ਸਾਨੂੰ ਇਸ ਗੁਰਬਾਣੀ ਦੇ ਅੰਦਰ ਬਖਸ਼ਿਸ਼ਾਂ ਕਰਨਗੇ। ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮਿਲਹੁ ਰਾਮ। ਅਰਦਾਸ ਰੂਪੀ ਬੇਨਤੀ ਰੂਪੀ ਸਤਿਗੁਰੂ ਜੀਆਂ ਨੇ ਇਹ ਬੇਨਤੀ ਕੀਤੀ ਹੈ ਕਿ ਜੀਵ ਜਿਹੜਾ ਹੈ ਨਾ, ਮਨੁੱਖ ਜਿਹੜਾ ਹੈ, ਉਹ ਆਪਣੇ ਕਰਮਾਂ ਦੇ ਨਾਲ, ਕਰਮਾਂ ਦੇ ਕਰਕੇ, ਐਸੇ ਤਰ੍ਹਾਂ ਦੇ ਕੰਮ ਕਰਕੇ ਜਿਹੜਾ ਉਹ ਪਰਮਾਤਮਾ ਦੇ ਨਾਲੋਂ ਵਿਛੜਿਆ ਹੋਇਆ। ਕਿਰਤ ਕਰਮ ਕੇ ਵਿਛੜੇ, ਆਪਣੇ ਆਪਣੇ ਜਿੰਨੇ ਵੀ ਕਰਮ ਕਰਦਾ ਹੈ ਕੋਈ ਜੀਵ, ਉਹ ਉਸੇ ਕਰਮਾਂ ਦੇ ਅਨੁਸਾਰ, ਜੇ ਗਲਤ ਕਰਮ ਕਰਦਾ ਹੈ, ਮਾੜੇ ਕਰਮ ਕਰਦਾ ਹੈ, ਜਾਂ ਉਹਦੇ ਕਰਮ ਚੰਗੇ ਨਹੀਂ, ਭਾਗ ਚੰਗੇ ਨਹੀਂ, ਇਸ ਕਰਕੇ ਉਹ ਪਰਮਾਤਮਾ ਤੋਂ ਦੂਰ ਹੈ। ਤੇ ਨਾਲ ਹੀ ਫਿਰ ਬੇਨਤੀ ਕਰ ਦਿੱਤੀ ਕਿ ਇਹ ਜਿਹੜਾ ਲੇਖਾ ਜੋਖਾ ਹੈ, ਇਹ ਕਰਮ ਹੈ, ਇਹ ਕਿਵੇਂ ਮਿਟ ਸਕਦੇ ਨੇ, ਜਾਂ ਜਿਵੇਂ ਪਰਮਾਤਮਾ ਦੀ ਦੂਰੀ ਜਿਹੜੀ ਹੈ ਉਹਦੀ ਨੇੜਤਾ ਕਿਵੇਂ ਵੱਧ ਸਕਦੀ ਹੈ। ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮਿਲਹੁ ਰਾਮ। ਸਤਿਗੁਰੂ ਜੀ ਬਖਸ਼ਿਸ਼ਾਂ ਕਰਦੇ ਨੇ, ਪ੍ਰਮਾਤਮਾ ਵਾਹਿਗੁਰੂ ਅਸੀਂ ਆਪਣੇ ਕਰਮਾਂ ਦੇ ਕਰਕੇ ਤੇਰੇ ਨਾਲੋਂ ਵਿਛੜੇ ਹੋਏ ਆ, ਤੇਰੇ ਨਾਲੋਂ ਸਾਡੀ ਦੂਰੀ ਜਿਹੜੀ ਉਹ ਬਹੁਤ ਜ਼ਿਆਦਾ ਹੈ, ਪਰ ਕਿਰਪਾ ਕਰੋ ਵਾਹਿਗੁਰੂ ਜੀ, ਕਰ ਕਿਰਪਾ ਮਿਲਹੁ ਰਾਮ। ਕਿਰਪਾ ਕਰਕੇ ਸਾਨੂੰ ਆਪਣੇ ਚਰਨਾਂ ਦੇ ਨਾਲ ਜੋੜ ਲਵੋ, ਕਿਰਪਾ ਕਰੋ ਸਾਨੂੰ ਆਪਣੇ ਕੰਠ ਦੇ ਨਾਲ ਲਗਾ ਲਵੋ। ਕਿਉਂਕਿ ਜਿਹੜਾ ਵੀ ਜੀਵ ਸਤਿਗੁਰੂ ਜੀਆਂ ਦੀ ਸ਼ਰਨ ਦੇ ਅੰਦਰ ਜਾਂਦਾ ਹੈ, ਜਿਹੜਾ ਵੀ ਜੀਵ ਕਿਰਪਾ ਕਰਕੇ ਸਤਿਗੁਰੂ ਜੀਆਂ ਦੀ ਸ਼ਰਨ ਦੇ ਅੰਦਰ ਜਾਂਦਾ ਹੈ, ਸਤਿਗੁਰੂ ਜੀ ਕਿਰਪਾ ਕਰਦੇ ਨੇ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਕਿਉਂਕਿ ਉਸ ਪਰਮਾਤਮਾ ਵਾਹਿਗੁਰੂ ਜੀਆਂ ਦਾ ਕੰਠ ਹੈ ਕਿ ਜਿਹੜਾ ਵੀ ਸ਼ਰਨ ਦੇ ਅੰਦਰ ਆ ਜਾਵੇ ਉਹ ਪਰਮਾਤਮਾ ਆਪਣੀ ਗਲਵਕੜੀ ਦੇ ਵਿੱਚ ਲੈਂਦਾ ਹੈ। ਕਰ ਕਿਰਪਾ ਮਿਲਹੁ ਰਾਮ। ਗੁਰੂ ਨੂੰ ਅਰਦਾਸ ਕਰੀਏ ਕਿ ਸਤਿਗੁਰੂ ਜੀ ਕਿਰਪਾ ਕਰੋ ਸਾਡੇ ਉੱਪਰ, ਸਾਨੂੰ ਆਪਣੇ ਚਰਨਾਂ ਦੇ ਨਾਲ ਮੇਲ ਲਵੋ। ਚਾਰ ਕੁੰਟ ਦਹਿ ਦਿਸ ਭ੍ਰਮੇ ਠਾਕੇ ਆਏ ਪ੍ਰਭ ਕੀ ਸਾਮ। ਮਨੁੱਖ ਜਿਹੜਾ ਹੈ ਨਾ, ਚਾਰ ਕੁੰਟ ਭਾਵ ਉੱਤਰ, ਦੱਖਣ, ਪੂਰਬ, ਪੱਛਮ, ਤੇ ਇਹਨਾਂ ਦੇ ਚਾਰੇ ਕੋਨੇ, ਇਹ ਹੋ ਗਏ 8। ਧਰਤ ਤੇ ਆਕਾਸ਼, ਇਹ ਸਾਰੇ 10 ਹੋ ਗਏ। ਚਾਰ ਕੁੰਟ ਤੇ ਦਹਿ ਦਿਸ ਭ੍ਰਮੇ ਥੱਕ ਆਏ ਪ੍ਰਭ ਕੀ ਸਾਮ। ਇਹ ਮਨੁੱਖ ਜਿਹੜਾ ਹੈ ਨਾ, ਇਸੇ ਬਸ ਆਲੇ ਦੁਆਲੇ ਅੰਦਰ, ਇਹਨਾਂ ਚੌਂ ਕੁੰਟਾਂ ਦੇ ਅੰਦਰ ਹੀ ਭੜਕਿਆ ਫਿਰਦਾ ਹੈ, ਭਰਮ ਦੇ ਵਿੱਚ ਪਿਆ ਹੋਇਆ ਹੈ, ਭੜਕ ਰਿਹਾ ਹੈ। ਪਰ ਜਦੋਂ ਮਨੁੱਖ ਹਾਰ ਜਾਵੇ, ਜੀਵ ਨੂੰ ਕੋਈ ਸਾਧਨ ਨਾ ਮਿਲੇ ਕਿ ਹੁਣ ਸੁੱਖ ਦੀ ਪ੍ਰਾਪਤੀ ਕਿਵੇਂ ਹੋਵੇ, ਹੁਣ ਗੁਰੂ ਦੀ ਹਜ਼ੂਰੀ ਅੰਦਰ ਜਾ ਕਰਕੇ ਆਨੰਦ ਕਿਵੇਂ ਮਾਣਿਆ ਜਾਵੇ, ਫਿਰ ਇੱਕ ਉਹਦੇ ਕੋਲ ਆਸ ਰਹਿ ਜਾਂਦੀ ਹੈ, ਗੁਰੂ ਦਾ ਘਰ, ਗੁਰੂ ਦੇ ਚਰਨਾਂ ਦੇ ਪਾਸ ਅਰਦਾਸ। ਹੁਣ ਜੀਵ ਜਿਹੜਾ ਹੈ ਭੁੱਲਿਆ ਹੋਇਆ, ਭੜਕਿਆ ਹੋਇਆ, ਥੱਕਿਆ ਹੋਇਆ, ਥੱਕ ਆਏ ਪ੍ਰਭ ਕੀ ਸਾਮ। ਹੁਣ ਹਾਰ ਕਰਕੇ, ਥੱਕ ਕੇ ਸਤਿਗੁਰੂ ਜੀ ਤੇਰੀ ਸ਼ਰਨ ਦੇ ਵਿੱਚ ਜੀਵ ਆਏ ਹਨ, ਤੁਸੀਂ ਆਪ ਕਿਰਪਾ ਰਹਿਮਤ ਕਰੋ। ਤੇਨ ਤੁਧੈ ਤੇ ਬਾਹਰੀ ਕਿਤੈ ਨ ਆਵੇ ਕਾਮ। ਤੇਨ ਦੁਧੈ ਤੇ ਬਾਹਰੀ, ਹੁਣ ਬਖਸ਼ਿਸ਼ਾਂ ਕਰਦੇ ਨੇ, ਇਹ ਸਾਨੂੰ ਦ੍ਰਿਸ਼ਟਾਂਤ ਦੇ ਕਰਕੇ ਸਮਝਾਉਂਦੇ ਨੇ ਸਤਿਗੁਰੂ ਕਿ ਜੀਵ ਦੀ ਹਾਲਤ ਕੈਸੀ ਹੈ। ਧੇਨ ਗਾਂ ਨੂੰ ਕਿਹਾ, ਜਿਵੇਂ ਇੱਕ ਗਾਂ ਜਿਹੜੀ ਹੈ ਨਾ, ਉਹ ਦੁੱਧ ਨਾ ਦੇਵੇ, ਉਹ ਸਿਰਫ ਪੱਠਾ ਹੀ ਖਾਈ ਜਾਵੇ ਤੇ ਦੁੱਧ ਉਹਦੀ ਦੇਣ ਦੀ ਅਵਸਥਾ ਨਾ ਹੋਵੇ। ਧੇਨ ਦੁੱਧੈ ਤੇ ਬਾਹਰੀ, ਕਹਿੰਦੇ ਜਿਵੇਂ ਦੁੱਧ ਤੋਂ ਸਖਣੀ ਗਾਂ ਹੁੰਦੀ ਹੈ ਨਾ, ਉਹ ਕਿਸੇ ਕੰਮ ਨਹੀਂ ਆਉਂਦੀ, ਕਿਤੇ ਨਾ ਆਵੇ ਕਾਮ। ਫਿਰ ਅੱਗੇ ਬੇਨਤੀ ਕਰ ਦਿੱਤੀ, ਜਲ ਬਿਨ ਸਾਖ ਕੁਮਲਾਵਤੀ ਉਪਜੈ ਨਾਹੀ ਨਾਮ। ਹੁਣ ਸਾਰੇ ਅਸੀਂ ਜਾਣਦੇ ਹਾਂ ਕਿ ਇੱਕ ਫਸਲ ਨੂੰ ਜੇਕਰ ਪਾਣੀ ਨਾ ਦਿੱਤਾ ਜਾਵੇ, ਜੇਕਰ ਉਹ ਫਸਲ ਸੁੱਕੀ ਹੀ ਰਹਿ ਜੇ ਤਾਂ ਉਹਨੂੰ ਫਲ ਕਿੱਥੋਂ ਲੱਗੇਗਾ। ਜਲ ਬਿਨ ਸਾਖ ਕੁਮਲਾਵਤੀ। ਸਤਿਗੁਰੂ ਜੀ ਕਹਿੰਦੇ ਨੇ ਇਸੇ ਤਰ੍ਹਾਂ ਹੀ ਨਾਮ ਤੋਂ ਬਿਨਾਂ ਸਾਡਾ ਜਿਹੜਾ ਜੀਵਨ ਹੈ ਉਹ ਵਿਅਰਥ ਜਾਂਦਾ ਹੈ। ਜੇਕਰ ਸਾਨੂੰ ਨਾਮ ਰੂਪੀ
पानी ना मिले, जल ना मिले, ये जिहड़ा मन तन है ये सारा कुछ सुक्का ही रहिंदा है। ये हरिया कदों होवेगा, भरिया कदों होवेगा? जदों परमात्मा वाहिगुरू दा नाम रूपी जल अंदर जावेगा। गुरबाणी बाणी नाम सिमरन जदों अंदर जावेगा, धन की कमाई नहीं हो सकती। जल बिन साग कुमलावती, उपजै नाही दाम। हुण जेड़ी फसल जेड़ी है वो सुक्की रह जाए, दाम दमड़ा कह लीए, माया कह लीए, वो कित्थों आपां इकट्ठी कर लवांगे जदों फसल ही ना होवेगी। इसे तरह सतगुरु जी दृष्टांत देंदे ने। गुरबाणी दे अंदर सतगुरु जियां दा होर भी फरमान आउंदा है, दुध बिन धेन, पंख बिन पंखी, जल बिन उत्पज काम नाहि। इसे तरह इन्हां तिन्नां दा फिर दृष्टांत देंदे ने। दुध तो बिना गां, पंख तो बिना कहंदे पंखी होवे ते किहड़े काम है? पंख तो बिना पंछी जिहड़ा है वो किहड़े काम है? ना ते उडारी भर सकदा है, ना उड़ सकदा है, ना किते जा आ सकदा है। इसे तरह सतगुरु जी कहंदे ने इस मनुख दी हालत है, हर नाह न मिलिए साजन, कत पाईए विसराम। ਕਹਿੰਦੇ ਨੇ परमात्मा वाहिगुरू उस परमात्मा नूं मिलन तो बिना किसी होर थां सुख भी नहीं मिलता। उस परमात्मा नूं मिलन तो बिना किसी भी जगह के उपर सतगुरु कहते ने सुख की प्राप्ति नहीं हुंदी। हर नाह न मिलिए साजन। ये मेरे सज्जन ये गल समझ रख, अपने चित्त दे विच रख। कत पाईए विश्राम, क्योंकि उस परमात्मा वाहिगुरू दी ना ते कोई रीस कर सकता है, ना उहदे वर्गे कर्म कर सकता है, ना अपने आप नूं परमात्मा वर्गा समझी सकता है। इस करके सतगुरु कहते ने कत पाईए विश्राम, कि वह परमात्मा तो बिना विश्राम आपां कह लीए सुख जिहड़ा वो नहीं मिलता, टिकाऊ जिहड़ा वो नहीं मिलता। जित घर हर कंत न प्रगटई, पाठ नगर से ग्राम। कहंदे ने जित घर हर कंत न प्रगटई, ਜਿਹੜੇ ਹਿਰਦੇ ਦੇ ਅੰਦਰ ਘਰ ਦੇ ਵਿੱਚ ਪਰਮਾਤਮਾ ਪਤੀ ਆਣ ਕਰਕੇ ਨਹੀਂ ਵਸਦਾ। क्योंकि एक जीव इस्त्री जिहड़ी हुंदी है ना, इत्थे सो खैर 12 माहां दे अंदर जीव इस्त्री दी बार-बार गल कीती है, पर ये जीव इस्त्री आपां अपनी जिंद नूं समझीए। इस जीव इस्त्री दा पति जिहड़ा वो अकाल पुरख वाहिगुरू है। इस तरह जित घर हर कंत ना प्रगटी, कहंदे जिस घर दे अंदर आपां समझण दे वास्ते कह लईए कि एक दुनियावी पत्नी है, दुनियावी पत्नी दा जेकर पति ना होवे ओदा जीवन कैसा होवेगा, वो किवें जी पाउंदी है। जिस घर हर कंत ना प्रगटई, ना पाठ नगर से ग्राम। कहंदे इसे तरह दे जिहड़े पिंड होण शहर होण वो तप दी भट्ठी वर्गे हुंदे ने, अग दे अंगियारे हुंदे ने। जिवें सतगुरु जियां दा गुरबाणी दे अंदर बचन आउंदा है ना, जिथे नाम ना जपीए मेरे गोविंदा से नगर उजाड़ी जी। जिथे नाम नहीं ना जपिया जांदा परमात्मा दा, वो नगर होवे पर भावें घर होवे वो उजाड़ है। उत्थे उजाड़ समझो जिवें जंगल दे विच हुंदा है ना, इसे तरह ही भावें जिन्ने मर्जी महल बना लईए, उच्चियां बिल्डिंगां बना लईए, घर बना लईए सोहणे सोहणे, पर जेकर नाम नहीं वो जिहड़े ने वो उजाड़ ही ने। उत्थे फिर भूतां प्रेतां दे वासे होने ने। सतगुरु जी अगे कृपा करदे ने, सर्ब सिंगारित बोल रस, सन दे ही सब खाम। कहंदे ने इस तरह ही शरीर दे सारे शिंगार पानां दे जिन्ने भी बीड़े होण होर सारे अपने शरीर समेत ही व्यर्थ दिसदे ने। भावें जिन्ने मर्जी शरीर दे उपर सिंगार कर लईए, सर्ब सिंगार तंबोल रस, जिवें पान दे बीड़े हुंदे ने ना, सतगुरु कहंदे ने सन दे ही सब खाम। इसे तरह सारे समेत ही व्यर्थ दिसदे ने। प्रभ स्वामी कंत विहूणियां, मीत सज्जन सब जाम। कहते ने जिवें मालक खसम परमात्मा दी जात तो बिना जिन्ने मर्जी सज्जन मित्र होण, जिन्ने मर्जी साख संबंधी होण, जिन्नी मर्जी किसी दे नाल नेड़ता होवे, वो मीत सज्जन सब जाम। सतगुरु ने देखो इथों तक शब्द वरतदा, कहंदे कि वो मित्र होण वो सारे जिंद दे वैरी हुंदे ने। हुण देखिए जदों बंदा सवास छड्डदा है, सब तो पहला अपने ही इहनूं अपने घर दे विचों कढदे ने कि हुण भाई जल्दी चलो, टाइम हो चुका है, किते भूत प्रेत दा वासा ना हो जावे, टाइम लंघदा जा रहा है, लै करके चलो। वो अपने सतगुरु जी कहंदे ने फिर जम बन जांदे ने, जमदूत वो अपने बन जांदे ने, घरों कढण वाले। नानक की बेनंतिया कर कृपा दीजै नाम,
ਬੇਨਤੀ ਕਰਦੇ ਨੇ ਕਿ ਸਤਿਗੁਰੂ ਜੀ ਬੇਨਤੀ ਰੂਪ ਦੇ ਅੰਦਰ ਕਿ ਕਿਰਪਾ ਕਰਕੇ ਆਪਣੇ ਨਾਮ ਦੀ ਦਾਤ ਬਖਸ਼ਿਸ਼ ਕਰੋ। ਹਰ ਮੇਲੋ ਸੁਆਮੀ ਸੰਗ ਪ੍ਰਭ ਜਿਸ ਕਾ ਨਿਹਚਲ ਧਾਮ। ਕਹਿੰਦੇ हे ਪ੍ਰਮਾਤਮਾ ਵਾਹਿਗੁਰੂ ਆਪਣੇ ਚਰਨਾਂ ਦੇ ਵਿੱਚ ਸਾਨੂੰ ਜੋੜ ਕਰਕੇ ਰੱਖ। ਹਰ ਮੇਲੋ ਸੁਆਮੀ ਸੰਗ ਪ੍ਰਭ, ਸਤਿਗੁਰੂ ਜੀਆਂ ਦਾ ਸੰਗ ਮਿਲ ਜਾਵੇ, ਸੰਗਤ ਮਿਲ ਜਾਵੇ, ਜਿਸ ਕਾ ਨਹੀਂ ਚਲ ਧਾਮ। ਤੇ ਇੱਕ ਤੇਰਾ ਘਰ ਜਿਹੜਾ ਉਹ ਸਦਾ ਅਟਲ ਰਹਿਣ ਵਾਲਾ ਹੈ ਪ੍ਰਮਾਤਮਾ, ਬਾਕੀ ਇਹ ਸਾਰੇ ਵਿਨਾਸ਼ ਹੋਣ ਵਾਲੇ ਨੇ। ਕਿਉਂਕਿ ਜੇ ਆਪਾਂ ਸਤਿਗੁਰੂ ਜੀਆਂ ਦੀ ਸੰਗਤ ਮਿਲ ਜਾਵੇ, ਹਰ ਮੇਲੋ ਸੁਆਮੀ ਸੰਗ ਪ੍ਰਭ, ਉਸ ਪ੍ਰਮਾਤਮਾ ਦਾ ਨਾਮ ਮਿਲ ਜਾਵੇ, ਪ੍ਰਮਾਤਮਾ ਦੀ ਦਾਤ ਨਾਮ ਰੂਪੀ ਸਾਡੀ ਝੋਲੀ ਦੇ ਵਿੱਚ ਪੈ ਜਾਵੇ, ਤੇ ਇਹ ਜਿਹੜੀ ਸਦਾ ਅਟਲ ਰਹਿਣ ਵਾਲੀ ਅਵਸਥਾ ਹੈ ਇਹ ਕਿਤੇ ਵਾਸਤੇ ਮਨੁੱਖ ਦੇ ਅੰਦਰੋਂ ਜਾਂਦੀ ਨਹੀਂ। ਸਤਿਗੁਰੂ ਜੀ ਗੁਰਬਾਣੀ ਦਾ ਸਿਰਲੇਖ ਦੱਸ ਕਰਕੇ ਫਿਰ ਜੋ ਅੱਜ ਚੇਤ ਦਾ ਮਹੀਨਾ ਹੈ ਉਸ ਦੀ ਪ੍ਰਾਰੰਭਤਾ ਕਰਦੇ ਹਨ। ਚੇਤ ਗੋਵਿੰਦ ਅਰਾਧੀਐ ਹੋਵੇ ਆਨੰਦ ਕਣਾ। ਬਖਸ਼ਿਸ਼ਾਂ ਕਰਦੇ ਹਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਚੇਤਰ ਦੇ ਮਹੀਨੇ ਦੇ ਅੰਦਰ ਜਿਹੜਾ ਵੀ ਜੀਵ, ਜਿਹੜਾ ਮਨੁੱਖ ਗੁਰਮੁਖ ਪਿਆਰਾ ਸੇਵਕ ਜਨ ਪਰਮਾਤਮਾ ਦਾ ਨਾਮ ਜਪਦਾ ਹੈ, ਉਸ ਪਰਮਾਤਮਾ ਨੂੰ ਧਿਆਉਂਦਾ ਹੈ। ਸਾਸ ਸਾਸ ਸਿਮਰਹੁ ਗੋਬਿੰਦ, ਮਨ ਅੰਤਰ ਕੀ ਉਤਰੈ ਚਿੰਦ। ਹੁਣ ਮਨੁੱਖ ਨੂੰ ਮਨ ਦੀਆਂ ਚਿੰਤਾਵਾਂ ਨੇ ਨਾ, ਮਨ ਤਾਂ ਹੀ ਸਾਰਾ ਬੋਝ ਹੈ, ਪਰ ਜਿਹੜਾ ਵੀ ਉਸ ਪਰਮਾਤਮਾ ਨੂੰ ਧਿਆਉਂਦਾ ਹੈ, ਉਸ ਪਰਮਾਤਮਾ ਵਾਹਿਗੁਰੂ ਜੀਆਂ ਦਾ ਜਾਪ ਕਰਦਾ ਹੈ, ਉਸ ਦੇ ਨਾਮ ਦਾ, ਫਿਰ ਸਤਿਗੁਰ ਕਹਿੰਦੇ ਨੇ ਚੇਤ ਗੋਵਿੰਦ ਆਰਾਧੀਐ। ਅੱਗੇ ਬਖਸ਼ਿਸ਼ਾਂ ਕਰ ਦਿੰਦੇ ਨੇ ਕਿ ਹੋਵੇਗਾ ਕੀ ਪਰਮਾਤਮਾ ਨੂੰ ਸਿਮਰਨ ਦੇ ਨਾਲ, ਕੀ ਹੋਵੇਗਾ? ਫਿਰ ਕਹਿੰਦੇ ਨੇ ਹੋਵੇ ਆਨੰਦ ਕਰਨਾ। ਕਹਿੰਦੇ ਤੈਨੂੰ ਆਨੰਦ ਜਿਹੜਾ ਹੈ ਤੂੰ ਸਮਝਦਾ ਹੈ ਕਿ ਇਸ ਦੁਨੀਆ ਦੇ ਆਨੰਦ ਬਹੁਤ ਨੇ। ਜਿਵੇਂ ਆਪਾਂ ਪੜ੍ਹਦੇ ਗੁਰੂ ਅਮਰਦਾਸ ਮਹਾਰਾਜ ਜੀਆਂ ਦੀ ਗੁਰਬਾਣੀ, ਆਨੰਦ ਆਨੰਦ ਸਭ ਕੋ ਕਹੈ ਆਨੰਦ ਗੁਰੂ ਤੇ ਜਾਣਿਆ। ਕਹਿੰਦੇ ਇਹ ਸੰਸਾਰ ਜਿਹੜਾ ਹੈ ਨਾ, ਇਹ ਤੇ ਆਨੰਦ ਜੇਕਰ ਪ੍ਰਸ਼ਾਦਾ ਵੀ ਛਕ ਲਵੇ ਕਹਿ ਦਿੰਦਾ ਆਨੰਦ ਆ ਗਿਆ, ਜੇਕਰ ਹੋਰ ਕੋਈ ਪਦਾਰਥ ਮਿਲ ਜਾਵੇ ਆਨੰਦ ਆ ਗਿਆ, ਪਰ ਉਹ ਆਨੰਦ ਨਹੀਂ। ਇਹ ਜੀਵ ਸਾਰਿਆਂ ਨੂੰ ਆਨੰਦ ਕਹਿੰਦਾ ਹੈ। ਮਹਾਰਾਜ ਕਹਿੰਦੇ ਨੇ ਆਨੰਦ ਗੁਰੂ ਤੇ ਜਾਣਿਆ। ਆਨੰਦ ਤੇ ਜਿਹੜਾ ਹੈ ਉਹ ਗੁਰੂ ਸਤਿਗੁਰੂ ਜੀਆਂ ਦੇ ਚਰਨਾਂ ਦੇ ਨਾਲ ਹੀ ਜੁੜਿਆ ਆਉਂਦਾ ਹੈ। ਫਿਰ ਭਾਵੇਂ ਜਿੰਨੇ ਮਰਜ਼ੀ ਪ੍ਰਕਾਰ ਦੇ ਭੋਜਨ ਪਏ ਹੋਣ, ਉਹ ਸਵਾਦਲੇ ਨਹੀਂ ਲੱਗਦੇ। ਤ੍ਰਿਪਤ ਭਈ ਸੱਚ ਭੋਜਨ ਖਾਇਆ। ਫਿਰ ਤ੍ਰਿਪਤੀ ਉਦੋਂ ਹੁੰਦੀ ਹੈ ਜਦੋਂ ਉਸ ਸੱਚੇ ਵਾਹਿਗੁਰੂ ਪ੍ਰਮਾਤਮਾ ਦੇ ਨਾਮ ਦਾ ਭੋਜਨ ਛਕਿਆ ਜਾਵੇ। ਇਸੇ ਤਰ੍ਹਾਂ ਚੇਤ ਦੇ ਮਹੀਨੇ ਦੇ ਅੰਦਰ ਜਿਹੜਾ ਉਸ ਗੋਬਿੰਦ ਪ੍ਰਮਾਤਮਾ ਵਾਹਿਗੁਰੂ ਦੀ ਆਰਾਧਨਾ ਕਰਦਾ ਹੈ, ਸਤਿਗੁਰੂ ਜੀਆਂ ਨੂੰ ਸਿਮਰਦਾ ਹੈ, ਹੋਵੇ ਆਨੰਦ ਘਣਾ। ਸਤਿਗੁਰੂ ਕਹਿੰਦੇ ਨੇ ਉਹਨੂੰ ਘਣਾ ਆਨੰਦ ਹੁੰਦਾ ਹੈ। ਐਸੀ ਆਨੰਦ ਦੀ ਦਾਤ ਮਿਲਦੀ ਹੈ ਜਿਹੜੀ ਕਦੇ ਵਾਸਤੇ ਖੁੰਝਦੀ ਨਹੀਂ। ਫਲਗੁਣ ਆਨੰਦ ਉਪਾਰਜਨਾ ਹਰ ਸੱਜਣ ਪ੍ਰਗਟੇ ਆਏ। ਐਸਾ ਆਨੰਦ ਜਿਹੜਾ ਉਹਨਾਂ ਸੇਵਕਾਂ ਦੇ ਨਾਲ ਮਿਲਿਆ ਜੁੜਦਾ ਹੈ। ਐਸਾ ਆਨੰਦ ਜਿਹੜਾ ਪਰਮਾਤਮਾ ਦੀ ਸ਼ਰਨ ਦੇ ਵਿੱਚ ਆਇਆ ਮਿਲਦਾ ਹੈ। ਸੰਤ ਜਨਾ ਮਿਲ ਪਾਈਐ ਰਸਨਾ ਨਾਮ ਪਣਾ। ਹੁਣ ਜੀਵ ਜਿਹੜਾ ਹੈ ਨਾ, ਜਿਹੜਾ ਕਿਸੇ ਪੂਰਨ ਬ੍ਰਹਮ ਗਿਆਨੀ, ਜਿਹੜਾ ਜਿਹਨੇ ਆਪਣਾ ਮਨ ਸਾਧਿਆ ਹੋਇਆ ਹੈ, ਕਿਸੇ ਸਾਧੂ ਦੀ ਸੰਗਤ ਕਰੇ ਨਾ। ਕਿਉਂਕਿ ਗੁਰਬਾਣੀ ਦੇ ਅੰਦਰ ਵਾਰ-ਵਾਰ ਕਿਹਾ ਕਿਸੇ ਮਹਾਂਪੁਰਸ਼ ਦੀ ਸੰਗਤ ਕਰਨੀ ਜ਼ਰੂਰੀ ਹੈ, ਕਿਸੇ ਸਾਧੂ ਦੀ ਸੰਗਤ ਕਰਨੀ ਬਹੁਤ ਅਤੀ ਉੱਤਮ ਜ਼ਰੂਰੀ ਹੈ। ਸੰਤ ਜਨਾ ਮਿਲ ਪਾਈਐ ਰਸਨਾ ਨਾਮ ਪਣਾ। ਕਹਿੰਦੇ ਜਿਵੇਂ ਇੱਕ ਜੀਵ ਹੈ ਨਾ, ਇਹ ਪਰਮਾਤਮਾ ਦਾ ਨਾਮ ਜਪਣ ਦੀ ਦਾਤ ਜਿਹੜੀ ਹੈ, ਜਾਂ ਇਹਨੂੰ ਆਪਾਂ ਕਹਿ ਲਈਏ ਕਿ ਇਹ ਜਿਹੜੇ ਸੰਤ ਜਨ ਹੁੰਦੇ ਨੇ ਨਾ, ਪਰਮਾਤਮਾ ਦੇ ਸੇਵਕ, ਉਹਨਾਂ ਨੂੰ ਮਿਲ ਕਰਕੇ ਹੀ ਪ੍ਰਾਪਤ ਹੁੰਦੀ ਹੈ। ਕਿਉਂਕਿ ਸੰਤਾਂ ਮਹਾਂਪੁਰਸ਼ਾਂ ਨੂੰ, ਬ੍ਰਹਮ ਗਿਆਨੀਆਂ ਨੂੰ, ਸਾਧੂਆਂ ਨੂੰ, ਜਿਹੜੇ ਪੂਰਨ ਤੌਰ ਤੇ ਨੇ, ਜਿਹੜੇ ਦਿਖਾਵੇ ਵਾਲੇ, ਉਹਨਾਂ ਦੀ ਗੱਲ ਨਹੀਂ, ਜਿਹੜੇ ਅਸਲ ਤੌਰ ਦੇ ਉੱਪਰ ਜਿਹੜੇ ਸਾਧੇ ਹੋਏ ਨੇ, ਉਹਨਾਂ ਨੂੰ ਪ੍ਰਮਾਤਮਾ ਦੇ ਨੇੜੇ ਆਉਣ ਦੇ ਵਾਸਤੇ ਜੁਗਤੀਆਂ ਦਾ ਪਤਾ ਹੁੰਦਾ ਹੈ। ਜੇਕਰ ਕੋਈ ਸ਼ਰਨ ਦੇ ਅੰਦਰ ਚਲਿਆ ਜਾਵੇ ਨਾ, ਫਿਰ ਉਹ ਪ੍ਰਮਾਤਮਾ ਦਾ ਮੇਲ ਵੀ ਕਰਾ ਦਿੰਦੇ ਨੇ। ਪ੍ਰਮਾਤਮਾ ਦੀ ਇਹ ਨਾਮ ਰੂਪੀ ਦਾਤ ਵੀ ਬਖਸ਼ਿਸ਼ ਜਲਦੀ ਹੋ ਜਾਂਦੀ ਹੈ। ਜਿਨ ਪਾਇਆ ਪ੍ਰਭ ਆਪਣਾ ਆਏ ਤਿਸ ਹੈ ਗਣਾ। ਹੁਣ ਸਤਿਗੁਰੂ ਬਖਸ਼ਿਸ਼ਾਂ ਕਰਦੇ ਨੇ ਉਸੇ ਬੰਦੇ ਨੂੰ ਜਗਤ ਦੇ ਵਿੱਚ ਜੰਮਿਆ ਜਾਣੋ। ਕਿਉਂਕਿ ਮਰਨੰ ਬਿਸਰਣੰ ਗੋਬਿੰਦੈ ਜੀਵਨੰ ਹਰ ਨਾਮ ਧਿਆਵਣੈ।
ਕਹਿੰਦੇ ਬੰਦੇ ਦੀ ਮੌਤ ਉਦੋਂ ਹੀ ਹੋ ਜਾਂਦੀ ਜਦੋਂ ਪਰਮਾਤਮਾ ਨੂੰ ਭੁੱਲ ਜਾਂਦਾ ਹੈ। ਜਿਨ ਪਾਇਆ ਪ੍ਰਭ ਆਪਣਾ ਆਏ ਤਿਸੈ ਗਣਾ। ਸਤਿਗੁਰੂ ਕਹਿੰਦੇ ਨੇ ਉਸ ਬੰਦੇ ਨੂੰ ਹੀ ਜਗਤ ਦੇ ਵਿੱਚ ਜੰਮਿਆ ਜਾਣ, ਜਨਮ ਧਾਰਿਆ ਉਹਨੇ, ਉਹਨੂੰ ਹੀ ਜਾਣ, ਉਹਦਾ ਜਨਮ ਸਫਲਾ ਸਮਝ ਭਾਈ ਕਿੰਨੇ। ਜਿਸ ਪਰਮਾਤਮਾ ਦੀ ਦਾਤ ਦੇ ਨਾਲ, ਪਰਮਾਤਮਾ ਦੀ ਸਹਾਇਤਾ ਦੇ ਨਾਲ, ਸਿਮਰਨ ਦੀ ਸਹਾਇਤਾ ਦੇ ਨਾਲ ਜਿਹਨੂੰ ਉਸ ਪਰਮਾਤਮਾ ਦਾ ਮਿਲਾਪ ਹੋਇਆ, ਜਿਹਨੇ ਉਸ ਪਰਮਾਤਮਾ ਦੇ ਦਰਸ਼ਨ ਕਰਨੇ ਚਾਹੇ ਨੇ ਜਾਂ ਕਰਦਾ ਹੈ, ਸਤਿਗੁਰੂ ਕਹਿੰਦੇ ਨੇ ਉਸ ਦਾ ਜੀਵਨ ਹੀ ਜਿਹੜਾ ਹੈ ਉਹਨੂੰ ਆਇਆ ਸਮਝਣਾ ਚਾਹੀਦਾ, ਉਹਦਾ ਜੀਵਨ ਜਿਹੜਾ ਉਹਨੂੰ ਸਫਲਾ ਸਮਝਣਾ ਚਾਹੀਦਾ। ਇੱਕ ਖਿਨ ਤਿਸ ਬਿਨ ਜੀਵਨ ਬਿਰਥਾ ਜਨਮ ਜਰਨਾ। ਹੁਣ ਵਾਹਿਗੁਰੂ ਜੀ ਕਿਰਪਾ ਕਰਦੇ ਨੇ। ਦੇਖੋ ਅਸੀਂ ਸੰਸਾਰੀ ਜੀਵ ਉਸ ਪਰਮਾਤਮਾ ਨੂੰ ਕਿੰਨਾ ਕਿੰਨਾ ਸਮਾਂ ਜਿਹੜਾ ਉਹ ਚੇਤੇ ਹੀ ਨਹੀਂ ਕਰਦੇ। ਪਤਾ ਨਹੀਂ ਸਾਰਾ ਦਿਨ ਹੀ ਭਾਵੇਂ ਨਿਕਲ ਜਾਵੇ, ਸਾਰੀ ਰਾਤ ਨਿਕਲ ਜਾਵੇ, ਉਹ ਪਰਮਾਤਮਾ ਵਾਹਿਗੁਰੂ ਚੇਤੇ ਹੀ ਨਹੀਂ ਆਉਂਦਾ। ਕਿਤੇ ਜਾ ਕਰਕੇ ਵਾਹਿਗੁਰੂ ਬੋਲ ਦਿੱਤਾ, ਪਰਮਾਤਮਾ ਦਾ ਨਾਮ ਜਪ ਲਿਆ, ਨਹੀਂ ਤੇ ਸਾਰਾ ਦਿਨ ਹੀ ਬਿਰਥੀਆਂ ਹੀ ਗੱਲਾਂ ਜਿਹੜੀਆਂ ਵਿਅਰਥ ਨੇ ਉਹਨਾਂ ਨੂੰ ਇਹ ਮਨੁੱਖ ਕਰਦਾ ਰਹਿੰਦਾ ਹੈ। ਕਿਉਂਕਿ ਇਹ ਮਨ ਜਿਹੜਾ ਹੈ ਨਾ, ਇਹ ਗੁਰਬਾਣੀ ਦੇ ਵੱਲ ਆਉਂਦਾ ਹੀ ਨਹੀਂ, ਸਿਮਰਨ ਦੇ ਵੱਲ ਆਉਂਦਾ ਹੀ ਨਹੀਂ। ਹੁਣ ਜੇਕਰ ਪ੍ਰਮਾਤਮਾ ਨੇ ਕਿਰਪਾ ਕੀਤੀ, ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮਿਲੋ ਰਾਮ। ਜੇਕਰ ਇਹ ਵਾਲੀ ਬੇਨਤੀ ਕਰ ਦਿੱਤੀ ਕਿ ਸਤਿਗੁਰੂ ਜੀ ਅਸੀਂ ਵਿਛੜੇ ਹੋਏ ਹਾਂ, ਹੁਣ ਕਿਰਪਾ ਕਰੋ, ਹੁਣ ਸਾਨੂੰ ਮਿਲ ਲਵੋ। ਜਿਵੇਂ ਆਪਾਂ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀਆਂ ਦੀ ਗੁਰਬਾਣੀ ਸ੍ਰੀ ਸੁਖਮਨੀ ਸਾਹਿਬ ਜੀਆਂ ਦੇ ਅੰਦਰ ਪੜ੍ਹਦੇ ਆ ਨਾ, ਫਿਰਤ ਫਿਰਤ ਪ੍ਰਭ ਆਇਆ ਪਰਿਆ ਤਉ ਸਰਨਾਏ, ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ। ਕਿ ਇਹ ਜਿਹੜਾ ਮਨੁੱਖ ਪਤਾ ਨਹੀਂ ਕਿੰਨੇ ਕੁ ਜਨਮਾਂ ਤੋਂ ਭਟਕਦਾ ਆ ਰਿਹਾ ਹੈ। ਗੁਰੂ ਤੇਗ ਬਹਾਦਰ ਮਹਾਰਾਜ ਜੀ ਬਖਸ਼ਿਸ਼ਾਂ ਕਰਦੇ ਨੇ, ਜਨਮ ਜਨਮ ਭਰਮਤ ਫਿਰੈ ਕਛੂ ਨਾ ਹੋਤ ਉਪਾਏ। ਕਹਿੰਦੇ ਇਹ ਜਨਮਾਂ ਜਨਮਾਂਤਰਾਂ ਤੋਂ ਹੀ ਭਟਕਿਆ ਆ ਰਿਹਾ ਹੈ, ਪਰ ਹੁਣ ਜੇਕਰ ਗੁਰੂ ਦੀ ਸ਼ਰਨ ਦੇ ਵਿੱਚ ਆਇਆ ਹੈ, ਗੁਰੂ ਦੀ ਕਿਰਪਾ ਦੁਆਰਾ ਗੁਰੂ ਸ਼ਰਨ ਦੇ ਵਿੱਚ ਆ ਗਿਆ ਹੈ, ਤੇ ਫਿਰ ਸਤਿਗੁਰੂ ਜੀ ਕਹਿੰਦੇ ਨੇ ਇੱਕ ਖਿਨ ਤਿਸ ਬਿਨ ਜੀਵਣਾ ਬਿਰਥਾ ਜਨਮ ਜਣਾ। ਕਹਿੰਦੇ ਉਹ ਪ੍ਰਮਾਤਮਾ ਦੀ ਯਾਦ ਤੋਂ ਬਿਨਾ ਇੱਕ ਖਿਨ ਮਾਤਰ ਵੀ ਸਮਾਂ ਜਿਹੜਾ ਹੈ ਨਾ ਉਹ ਗੁਜ਼ਾਰਿਆ ਜਿਹੜੀ ਜ਼ਿੰਦਗੀ ਹੈ ਉਹ ਵਿਅਰਥ ਜਾਂਦੀ ਹੈ। ਜੋ ਮੀਨਾ ਬਿਨ ਪਾਣੀਐ ਤੇ ਉਹ ਸਾਖਤ ਬਨੇ ਪਿਆਸ, ਤੇ ਉਹ ਹਰ ਬਿਨ ਸੰਤ ਨਾ ਜੀਵੈ ਜੋ ਬਿਰਥਾ ਜਾਵੇ ਸਾਸ। ਸਤਿਗੁਰੂ ਕਹਿੰਦੇ ਨੇ ਇਸੇ ਤਰ੍ਹਾਂ ਜਿਵੇਂ ਇੱਕ ਮਛਲੀ ਹੁੰਦੀ ਹੈ ਨਾ, ਪਾਣੀ ਤੋਂ ਬਿਨਾ ਜੀ ਨਹੀਂ ਸਕਦੀ, ਤੇ ਇਸੇ ਤਰ੍ਹਾਂ ਸਤਿਗੁਰੂ ਜੀ ਬਖਸ਼ਿਸ਼ਾਂ ਕਰਦੇ ਨੇ ਜਿਵੇਂ ਉਹ ਪਰਮਾਤਮਾ ਦਾ ਪਿਆਰਾ ਹੁੰਦਾ ਹੈ ਨਾ, ਪਰਮਾਤਮਾ ਦੇ ਨਾਮ ਤੋਂ ਬਿਨਾ ਉਹਦਾ ਜੀਵਨ ਜਿਹੜਾ ਹੈ ਉਹ ਗੁਜ਼ਰਦਾ ਨਹੀਂ, ਉਹਨੂੰ ਇੱਕ ਖਿਨ ਵੀ ਜਿਹੜਾ ਟਿਕਾਉ ਨਹੀਂ ਆਉਂਦਾ। ਇਹ ਅਵਸਥਾ ਉਹਨਾਂ ਦੀ ਹੈ ਜਿਨ੍ਹਾਂ ਨੂੰ ਪਰਮਾਤਮਾ ਦੇ ਨਾਲ ਪਿਆਰ ਹੈ। ਇਹ ਅਵਸਥਾ ਉਹਨਾਂ ਦੀ ਹੈ ਜਿਹੜੇ ਗੁਰੂ ਦੇ ਨਾਲ ਪਿਆਰ ਕਰਦੇ ਨੇ, ਸਤਿਗੁਰੂ ਜੀਆਂ ਦੀ ਸਿੱਖਿਆ ਨੂੰ ਧਾਰਨ ਕਰਦੇ ਨੇ। ਫਿਰ ਉਹਨਾਂ ਦੇ ਅੰਦਰ ਐਸੀ ਅਵਸਥਾ ਬਣਦੀ ਹੈ, ਇੱਕ ਖਿਨ ਤਿਸ ਬਿਨ ਜੀਵਣਾ। ਉਹ ਪਰਮਾਤਮਾ ਵਾਹਿਗੁਰੂ ਜੀਆਂ ਤੋਂ ਬਿਨਾ ਇੱਕ ਖਿਨ ਵੀ ਗੁਜ਼ਰਦਾ ਨਹੀਂ, ਇੱਕ ਛਿਨ ਮਾਤਰ ਵੀ ਪਰਮਾਤਮਾ ਨੂੰ ਵਿਸਾਰਦੇ ਨਹੀਂ। ਆਪਾਂ ਦਰਸ਼ਨ ਕਰੀਏ ਕਿਸੇ ਪੂਰਨ ਸਾਧੂ ਦੇ, ਉਹਦੀ ਜੀਭਾ ਦੇ ਅੰਦਰ, ਰਸਨਾ ਦੇ ਅੰਦਰ ਹਮੇਸ਼ਾ ਹੀ ਵਾਹਿਗੁਰੂ ਵਾਹਿਗੁਰੂ ਦੀ ਧੁਨੀ ਜਿਹੜੀ ਹੈ ਜੀਭਾ ਦੇ ਅੰਦਰੋਂ ਤੇ ਕੀ ਗੁਰਮੁਖ ਰੋਮ ਰੋਮ ਹਰ ਧਿਆਵੈ। ਜਿਨ੍ਹਾਂ ਦੇ ਉੱਪਰ ਇਹ ਬਖਸ਼ਿਸ਼ ਹੋ ਜਾਂਦੀ, ਉਹਨਾਂ ਦੇ ਰੋਮ ਰੋਮ ਤੋਂ ਹੀ ਵਾਹਿਗੁਰੂ ਜੀਆਂ ਦੀਆਂ ਧੁਨੀਆਂ ਨਿਕਲਦੀਆਂ ਨੇ। ਬਿਰਥਾ ਜਨਮ ਜਣਾ, ਪਰਮਾਤਮਾ ਦੇ ਨਾਮ ਤੋਂ ਬਿਨਾ ਜੀਵਨ ਜਿਹੜਾ ਹੈ ਉਹ ਭਾਈ ਬਿਰਥਾ ਹੈ। ਜਲ ਥਲ ਮਹੀਲ ਪੂਰਿਆ ਰਵਿਆ ਵਿੱਚ ਵਰਣਾ। ਹੁਣ ਉਸ ਅਕਾਲ ਪੁਰਖ ਵਾਹਿਗੁਰੂ ਜੀਆਂ ਦਾ ਵਾਸਾ ਕਿੱਥੇ ਹੈ? ਉਸ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਜੀ ਦਾ ਟਿਕਾਣਾ ਕਿੱਥੇ, ਘਰ ਕਿੱਥੇ ਹੈ? ਜਲ ਥਲ ਮਹੀਲ ਪੂਰਿਆ। ਸਤਿਗੁਰੂ ਕਹਿੰਦੇ ਨੇ ਜਲਾਂ ਦੇ ਅੰਦਰ, ਥਲਾਂ ਦੇ ਅੰਦਰ ਜਿਹੜਾ ਪ੍ਰਮਾਤਮਾ ਪਾਣੀ ਦੇ ਵਿੱਚ, ਧਰਤੀ ਦੇ ਵਿੱਚ, ਆਕਾਸ਼ ਦੇ ਵਿੱਚ, ਜੰਗਲਾਂ ਦੇ ਵਿੱਚ ਹਰ ਥਾਂ ਵਿਆਪਕ ਹੈ, ਕਿਉਂਕਿ ਉਹ ਸਰਬ ਵਿਆਪਕ ਹੈ। ਇੱਕ ਪਦਾਰਥ ਹੋਵੇ ਜਾਂ ਕੋਈ ਵਸਤੂ ਹੋਵੇ, ਆਪਾਂ ਦੇਖ ਲਈਏ ਕਿ ਕੋਈ ਵੀ ਉਸ ਨੂੰ ਘੜਦਾ ਹੈ, ਕੋਈ ਵੀ ਉਸ ਨੂੰ ਬਣਾਉਂਦਾ ਹੈ, ਉਹ ਉਹਦਾ ਮਾਲਕ ਬਣ ਜਾਂਦਾ ਹੈ। ਉਹਦੇ ਉੱਪਰ ਬਕਾਇਦਾ ਨਾਮ ਵੀ ਲਿਖਿਆ ਹੁੰਦਾ ਹੈ ਕਿ ਇਸ ਪਦਾਰਥ ਦਾ, ਇਹ ਵਸਤੂ ਦਾ ਮਾਲਕ ਇਹ ਵਾਲਾ ਨਾਮ ਹੈ। ਤੇ ਜੇਕਰ ਸਤਿਗੁਰੂ ਜੀਆਂ ਨੇ ਸਰਬ ਕਾਇਨਾਤ ਦੀ ਰਚਨਾ ਕੀਤੀ, ਆਪੇ ਕੁਦਰਤ ਸਾਜੀ ਹਨ, ਆਪ ਹੀ ਕੁਦਰਤ ਸਾਜੀ ਹੈ, ਆਪ ਹੀ ਸਾਡੇ ਸੰਸਾਰੀ ਜੀਵਾਂ ਨੂੰ ਬਣਾਇਆ, ਤੇ ਆਪ ਹੀ ਉਸ ਪਰਮਾਤਮਾ ਦਾ ਵਾਸਾ ਵੀ ਹੈ। ਕਿਉਂਕਿ ਸਭ ਮੈਂ ਜੋਤ, ਜੋਤ ਹੈ ਸੋਏ। ਸਭਨਾ ਜੀਵਾਂ ਦੇ ਅੰਦਰ ਉਸ ਪਰਮਾਤਮਾ ਵਾਹਿਗੁਰੂ ਜੀਆਂ ਦੀ ਜੋਤ ਹੈ। ਸਾਰੇ ਸ਼ੰਕੇ ਹੀ ਦੂਰ ਹੋ ਜਾਂਦੇ ਹਨ ਜਦੋਂ ਆਪਾਂ ਪ੍ਰਾਰੰਭਤਾ ਦੇ ਵਿੱਚ ਮੂਲ ਮੰਤਰ ਦਾ ਜਾਪ ਹੈ ਟਿਕਾਓ ਦੇ ਨਾਲ ਕਰ ਲਈਏ, ਸ਼ਬਦਾਂ ਨੂੰ ਥੋੜਾ ਥੋੜਾ
ਥੋੜਾ ਸਮਝ ਕਰਕੇ ਕਰ ਲਈਏ। ਸਤਿਗੁਰ ਕਹਿੰਦੇ ਨੇ ਜਲ ਥਲ ਮਹੀਲ ਪੂਰਿਆ ਰਵਿਆ ਵਿੱਚ ਬੜਾ। ਉਹ ਪਰਮਾਤਮਾ ਵਾਹਿਗੁਰੂ ਹਰ ਥਾਂ ਦੇ ਉੱਪਰ ਸਰਬ ਵਿਆਪਕ ਪਰਮਾਤਮਾ ਆਪ ਸ੍ਰਿਸ਼ਟੀ ਮਾਰਨ ਸ੍ਰਿਸ਼ਟੀ ਰਚਨਹਾਰ ਉਹ ਮਾਲਕ ਪਰਮਾਤਮਾ ਆਪ ਸਮਾਇਆ ਹੋਇਆ ਹੈ। ਸੋ ਪ੍ਰਭ ਚਿਤ ਨ ਆਵਈ ਕਿਤੜਾ ਦੁਖ ਗਣਾ। ਸਤਿਗੁਰ ਕਹਿੰਦੇ ਜੇਕਰ ਜੀਵ ਤੂੰ ਭੁੱਲਿਆ ਹੋਇਆ, ਜੇਕਰ ਐਸੇ ਪ੍ਰਮਾਤਮਾ ਨੂੰ ਨਾ ਯਾਦ ਕਰੇ, ਕਿਸੇ ਮਨੁੱਖ ਦੇ ਹਿਰਦੇ ਦੇ ਵਿੱਚ ਉਹ ਪ੍ਰਮਾਤਮਾ ਵਾਹਿਗੁਰੂ ਨਾ ਵਸੇ, ਜੇ ਐਸਾ ਉਹ ਅਕਾਲ ਪੁਰਖ ਵਾਹਿਗੁਰੂ ਜੇ ਕਿਸੇ ਦੇ ਹਿਰਦੇ ਦੇ ਵਿੱਚ ਵਸੇ ਹੀ ਨਾ, ਜਾਂ ਉਸ ਦਾ ਨਾਮ ਹੀ ਨਾ ਆਵੇ, ਫਿਰ ਕੀ ਹੈ? ਕਹਿੰਦੇ ਉਸ ਮਨੁੱਖ ਦਾ ਮਾਨਸਿਕ ਦੁੱਖ ਜਿਹੜਾ ਫਿਰ ਬਿਆਨ ਹੀ ਨਹੀਂ ਕੀਤਾ ਜਾ ਸਕਦਾ। ਹੁਣ ਜੀਵ ਜਿਹੜੇ ਹੁੰਦੇ ਨੇ ਉਹ ਪ੍ਰਮਾਤਮਾ ਦਾ ਨਾਮ ਜਪਦੇ ਨੇ, ਪ੍ਰਮਾਤਮਾ ਦੀ ਵਡਿਆਈ ਕਰਦੇ ਨੇ, ਉਹ ਆਤਮਿਕ ਤੌਰ ਤੇ ਸੁਖੀ ਵੀ ਨੇ। ਪਰ ਜਿਹੜੇ ਦੁਨਿਆਵੀ ਰਸਤਿਆਂ ਦੇ ਉੱਪਰ ਚੱਲਦੇ ਨੇ, ਦੁਨਿਆਵੀ ਮਾਇਆ ਦੇ ਵਿੱਚ ਖੁੰਝੇ ਨੇ, ਪਦਾਰਥਾਂ ਦੇ ਵਿੱਚ ਖੁੰਝੇ ਨੇ, ਪ੍ਰਮਾਤਮਾ ਦਾ ਨਾਮ ਨਹੀਂ, ਬਾਹਰੋਂ ਸਰੀਰਕ ਤੌਰ ਦੇ ਉੱਪਰ ਦੁਨਿਆਵੀ ਤੌਰ ਦੇ ਉੱਪਰ ਭਾਵੇਂ ਜਿੰਨੇ ਮਰਜ਼ੀ ਸੁੱਖ ਹੋਣ, ਪਰ ਆਤਮਿਕ ਤੌਰ ਦੇ ਉੱਪਰ ਆਨੰਦ ਨਹੀਂ ਮਿਲਦਾ। ਸਦਾ ਹੀ ਮਨੁੱਖ ਜਿਹੜਾ ਭੱਜਿਆ ਸੜਿਆ ਰਹਿੰਦਾ ਹੈ, ਸਦਾ ਹੀ ਜਿਹੜਾ ਇੱਕ ਥੱਕੇ ਟੁੱਟੇ ਜਿਵੇਂ ਬਹੁਤ ਹੀ ਪਰੇਸ਼ਾਨ ਹੋਵੇ ਨਾ, ਇਸੇ ਤਰ੍ਹਾਂ ਉਹਦੀ ਜ਼ਿੰਦਗੀ ਜਿਹੜੀ ਹੈ ਉਹ ਨਿਕਲ ਜਾਂਦੀ ਹੈ। ਪਰ ਜਿਹੜੇ ਪ੍ਰਮਾਤਮਾ ਦਾ ਨਾਮ ਧਿਆਉਂਦੇ ਨੇ, ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ ਜਿਨੀ ਰਾਵੇ ਸੋ ਪ੍ਰਭੂ ਤਿਨਾ ਭਾਗ ਮਣਾ। ਕਹਿੰਦੇ ਪ੍ਰਮਾਤਮਾ ਨੂੰ ਆਪਣੇ ਹਿਰਦੇ ਦੇ ਵਿੱਚ ਜਿਨ੍ਹਾਂ ਨੇ ਵਸਾਇਆ ਹੈ, ਜਿਨ੍ਹਾਂ ਨੇ ਉਸ ਪ੍ਰਮਾਤਮਾ ਵਾਹਿਗੁਰੂ ਜੀਆਂ ਦੀ ਬੰਦਗੀ ਕੀਤੀ ਹੈ, ਤਿੰਨਾ ਭਾਗ ਮਣਾ, ਉਹਨਾਂ ਦਾ ਭਾਗ ਜਿਹੜਾ ਹੈ ਨਾ ਉਹ ਜਾਗ ਪੈਂਦਾ, ਉਹਨਾਂ ਦੇ ਭਾਗ ਜਿਹੜੇ ਨੇ ਨਾ ਉਹ ਚੰਗੇ ਹੋ ਜਾਂਦੇ ਨੇ। ਵਡਭਾਗੀ ਹਰ ਸੰਗਤ ਪਾਵੇ ਭਾਗਹੀਨ ਭ੍ਰਮ ਚੋਟਾ ਖਾਵੇ। ਹੁਣ ਜਿਹੜੇ ਨਿਭਾਗੇ ਹੋ ਜਾਣ, ਭਾਗਹੀਨ ਹੋ ਜਾਣ, ਉਹ ਸਤਿਗੁਰੂ ਕਹਿੰਦੇ ਨੇ ਚੋਟਾਂ ਹੀ ਖਾਂਦੇ ਨੇ, ਉਹ ਮਾਰ ਹੀ ਖਾਂਦੇ ਨੇ ਇਸ ਸੰਸਾਰ ਰੂਪੀ ਜਮਾ ਦੇ ਉੱਤਰੋਂ। ਇਸ ਕਰਕੇ ਭਾਈ ਪ੍ਰਮਾਤਮਾ ਦਾ ਨਾਮ ਜਪਣਾ ਜ਼ਰੂਰੀ ਹੈ। ਹਰ ਦਰਸ਼ਨ ਕਉ ਮਨ ਲੋਚਦਾ ਨਾਨਕ ਬਿਆਸ ਮਨਾ। ਹੁਣ ਜਿਨ੍ਹਾਂ ਦੇ ਭਾਗ ਜਾਗ ਪੈਣ, ਜਿਨ੍ਹਾਂ ਦੇ ਉੱਪਰ ਗੁਰੂ ਦੀ ਰਹਿਮਤ ਹੋ ਜਾਵੇ, ਨਦਰੀ ਹੋ ਜਾਵੇ, ਕਿਉਂਕਿ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਘਰ ਦੀਆਂ ਜਿਵੇਂ ਦੁਨਿਆਵੀ ਸਕੂਲਾਂ ਦੇ ਅੰਦਰ ਕਲਾਸਾਂ ਹੁੰਦੀਆਂ ਨੇ ਨਾ, ਬੱਚਾ ਸਾਲ ਦੀ ਪੜ੍ਹਾਈ ਕਰਦਾ ਹੈ, ਫਿਰ ਅੱਗੇ ਨਵੀਂ ਸੈਸ਼ਨ ਤੋਂ ਪ੍ਰਾਰੰਭ ਹੋ ਕਰਕੇ ਫਿਰ ਆਪਣੀ ਪੜ੍ਹਾਈ ਜਿਹੜੀ ਹੈ ਉੱਚੀ ਕਰ ਲੈਂਦਾ ਹੈ, ਕਿਉਂਕਿ ਉਹ ਥੋੜੀ ਮਹਿੰਗੀ ਹੋ ਜਾਂਦੀ। ਇਸੇ ਤਰ੍ਹਾਂ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਘਰ ਦੀਆਂ ਵੀ ਕਲਾਸਾਂ ਨੇ। ਪਹਿਲਾਂ ਬੱਚਾ ਜਿਹੜਾ ਹੈ ਉਹ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਘਰ ਦੇ ਅੰਦਰ ਆਪਣਾ ਦਾਖਲਾ ਲੈਂਦਾ ਹੈ, ਫਿਰ ਹੌਲੀ ਹੌਲੀ ਇਸੇ ਤਰ੍ਹਾਂ ਸਿੱਖਿਆ ਨੂੰ ਧਾਰਨ ਕਰਕੇ, ਸਿੱਖੀ ਦੇ ਉੱਪਰ ਚੱਲ ਕਰਕੇ ਹੌਲੀ ਹੌਲੀ ਜਿਹੜਾ ਉਹਦੀ ਅਵਸਥਾ ਜਿਹੜੀ ਹੈ ਉਹ ਉੱਚੀ ਹੋਈ ਜਾਂਦੀ ਹੈ। ਜਿਉਂ-ਜਿਉਂ ਗਿਆਨ ਹੁੰਦਾ ਹੈ ਤਿਉਂ-ਤਿਉਂ ਉਹਦਾ ਜੀਵਨ ਜਿਹੜਾ ਉਹ ਉੱਚਾ ਹੋਈ ਜਾਂਦਾ ਹੈ। ਫਿਰ ਕਿਹੜੀ ਅਵਸਥਾ ਪ੍ਰਾਪਤ ਹੁੰਦੀ, ਫਿਰ ਉਹਦਾ ਜੀ ਕਰਦਾ ਹੈ ਕਿ ਹੁਣ ਉਸ ਪ੍ਰਮਾਤਮਾ ਵਾਹਿਗੁਰੂ ਜੀ ਦੇ ਦਰਸ਼ਨ ਵੀ ਕਰਾਂ, ਜਿਹਨੂੰ ਮੈਂ ਧਿਆਉਣਾ, ਜਿਹਨੂੰ ਮੈਂ ਅਰਾਧਨਾ, ਉਹਦੇ ਦਰਸ਼ਨਾਂ ਦੀ ਤਾਂਘ ਵੀ ਫਿਰ ਉੱਠਦੀ ਹੈ। ਹਰ ਦਰਸ਼ਨ ਕਉ ਮਨ ਲੋਚਦਾ ਨਾਨਕ ਪਿਆਸ ਮਨਾ। ਹੁਣ ਜਿਵੇਂ ਗੁਰੂ ਨਾਨਕ ਦੇਵ ਮਹਾਰਾਜ, ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ ਮਨ ਦੇ ਵਿੱਚ ਉਸ ਪ੍ਰਮਾਤਮਾ ਦੇ ਦਰਸ਼ਨ ਦੀ ਪਿਆਸ ਹੈ। ਚੇਤ ਮਿਲਾਏ ਸੋ ਪ੍ਰਭੂ ਤਿਸ ਕੈ ਪਾਏ ਲਗਾ। ਬਖਸ਼ਿਸ਼ਾਂ ਕਰਦੇ ਨੇ ਅਖੀਰ ਦੇ ਅੰਦਰ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਚੇਤ ਮਿਲਾਏ ਸੋ ਪ੍ਰਭੂ, ਕਹਿੰਦੇ ਜੇਕਰ ਚੇਤ ਦੇ ਮਹੀਨੇ ਦੇ ਅੰਦਰ, ਚੇਤਰ ਦੇ ਮਹੀਨੇ ਦੇ ਅੰਦਰ ਉਹ ਪ੍ਰਮਾਤਮਾ ਵਾਹਿਗੁਰੂ ਆਪਣੇ ਚਰਨਾਂ ਦੇ ਨਾਲ ਜੋੜ ਲਵੇ। ਜੇਕਰ ਕੋਈ ਵੀ ਮਨੁੱਖ ਜਿਹੜਾ ਸੁਝਿਆ ਹੋਇਆ, ਜਿਹਨੂੰ ਸੋਝੀ ਹੈ, ਜਿਹਨੂੰ ਗਿਆਨ ਹੈ, ਉਹ ਕਿਰਪਾ ਕਰੇ, ਉਹ ਸਾਨੂੰ ਸੋਝੀ ਦੇ ਦੇਵੇ ਕਿ ਇਸ ਚੇਤ ਦੇ ਮਹੀਨੇ ਦੇ ਅੰਦਰ ਕੀ ਕਰਨਾ ਚਾਹੀਦਾ ਹੈ। ਉਸ ਪ੍ਰਮਾਤਮਾ ਦਾ ਮਿਲਾਪ ਕਰਵਾ ਦੇਵੇ, ਉਸ ਪ੍ਰਮਾਤਮਾ ਦੀ ਕੋਈ ਵਡਿਆਈ ਸਿਫਤ ਸੁਣਾ ਦੇਵੇ, ਤੇ ਸਤਿਗੁਰੂ ਕਹਿੰਦੇ ਨੇ ਉਸ ਦੀ ਚਰਨੀ ਜਿਹੜਾ ਹੈ ਉਹ ਲੱਗਣਾ ਚਾਹੀਦਾ। ਚੇਤ ਮਿਲਾਏ ਸੋ ਪ੍ਰਭੂ ਤਿਸਕੇ ਪਾਏ ਲੱਗਾ। ਸਤਿਗੁਰੂ ਕਹਿੰਦੇ ਨੇ ਉਹਦੀ ਧੂੜ ਉਹਦੇ ਪੈਰਾਂ ਦੇ ਵਿੱਚ ਡਿੱਗਣਾ ਚਾਹੀਦਾ, ਜਿਹੜਾ ਪ੍ਰਮਾਤਮਾ ਵਾਹਿਗੁਰੂ ਜੀਆਂ ਦੇ ਚਰਨਾਂ ਦੇ ਨਾਲ ਮਿਲਾਪ ਕਰਵਾਉਂਦਾ ਹੈ, ਜਿਹੜਾ ਪ੍ਰਮਾਤਮਾ ਵਾਹਿਗੁਰੂ ਜੀਆਂ ਦੇ ਗੁਣਾਂ ਨੂੰ ਗਾ ਕਰਕੇ ਦੱਸਦਾ ਹੈ। ਹੁਣ ਕਿਉਂਕਿ ਗੁਣ ਜਿਹੜੇ ਨੇ ਉਹ ਸੁਣਨੇ ਜ਼ਰੂਰੀ ਨੇ, ਭਾਵੇਂ ਕਿ ਜੀਵ ਬੋਲ ਨਹੀਂ ਸਕਦਾ, ਗੁਣਾਂ ਨੂੰ ਗਾ ਨਹੀਂ ਸਕਦਾ। ਉਸ ਪ੍ਰਮਾਤਮਾ ਦੀ ਵਡਿਆਈ ਕਈ ਵਾਰੀ ਐਸਾ ਹੁੰਦਾ ਹੈ ਅਸੀਂ ਜੀਭਾਂ ਨਾਲ ਕਰਦੇ ਨਹੀਂ, ਪਰ ਕੰਨਾਂ ਦੇ ਨਾਲ ਕਰ ਲੈਂਦੇ, ਕਿਉਂਕਿ ਕੰਨਾਂ ਦੇ ਨਾਲ ਕੀਤੀ ਹੋਈ ਜੀਭਾਂ ਦਾ ਵੀ ਨਾਲੇ ਅਸਰ ਕਰ ਜਾਂਦੀ ਹੈ।
ਜੇ ਧਿਆਨ ਦੇ ਨਾਲ ਸੁਣ ਲਿਆ ਜਾਵੇ ਨਾ, ਫਿਰ ਸਤਿਗੁਰ ਕਹਿੰਦੇ ਨੇ ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ। ਇੱਥੇ ਕਿਹਾ ਸੁਣੀ ਬਾਣੀ, ਜਿਨ੍ਹਾਂ ਨੇ ਗੁਰਬਾਣੀ ਨੂੰ ਸੁਣਿਆ ਹੈ, ਸੁਣੀ ਸੱਚੀ ਬਾਣੀ, ਜਿਨ੍ਹਾਂ ਨੇ ਸੱਚੀ ਗੁਰਬਾਣੀ ਨੂੰ ਸੁਣ ਲਿਆ ਹੈ ਨਾ, ਉਹਨਾਂ ਦੇ ਦੁੱਖ ਦੂਰ ਜਿਹੜੇ ਨੇ, ਦਰਿਦਰ ਜਿਹੜੇ ਨੇ ਉਹ ਦੂਰ ਹੋ ਜਾਂਦੇ ਨੇ। ਸਤਿਗੁਰੂ ਜੀ ਬਖਸ਼ਿਸ਼ਾਂ ਕਰਨ। ਹੁਣ ਜਿਵੇਂ ਇੱਕ ਨਵ ਜਨਮਾ ਲੈਂਦਾ ਹੈ ਨਾ ਬੱਚਾ, ਤੇ ਜੇਕਰ ਉਹ ਆਪਣੇ ਮਾਤਾ ਪਿਤਾ ਦੇ ਕੋਲੋਂ ਕੋਈ ਸ਼ਬਦ ਸੁਣੇ ਹੀ ਨਾ ਤੇ ਉਹ ਗੂੰਗਾ ਹੋਵੇਗਾ। ਜੇਕਰ ਉਹਨੂੰ ਕੋਈ ਸ਼ਬਦ ਬੋਲਣਾ ਹੀ ਨਾ ਆਵੇ, ਉਹਦੇ ਲਾਗੇ ਕੁਝ ਬੋਲਿਆ ਹੀ ਨਾ ਜਾਵੇ, ਉਹ ਬੋਲਣਾ ਸਿੱਖ ਹੀ ਨਹੀਂ ਸਕਦਾ। ਇਸੇ ਤਰ੍ਹਾਂ ਸਾਡੇ ਸੰਸਾਰੀ ਜੀਵ ਗੁਰੂ ਘਰਾਂ ਦੇ ਅੰਦਰ ਜਾਂਦੇ ਹਨ, ਸਤਿਗੁਰੂ ਜੀਆਂ ਦੀ ਵਡਿਆਈ ਕਥਾ ਵਿਚਾਰਾਂ ਕੀਰਤਨ ਦੁਆਰਾ ਗੁਰਬਾਣੀ ਦਾ ਪ੍ਰਵਾਹ ਸਰਵਣ ਕਰਦੇ ਨੇ। ਤੇ ਸਰਵਣ ਕਰਨ ਦਾ ਤਰੀਕਾ ਜਿਹੜਾ ਹੈ ਨਾ, ਉਹ ਬਹੁਤ ਹੀ ਸੂਝਦਾ ਦੇ ਨਾਲ ਬੈਠ ਕਰਕੇ ਇੱਕ ਚਿੱਤ ਇਕਾਗਰ ਹੋ ਕਰਕੇ ਸੁਣਨਾ ਚਾਹੀਦਾ ਹੈ। ਫਿਰ ਸਤਿਗੁਰੂ ਜੀ ਕਹਿੰਦੇ ਨੇ ਬਖਸ਼ਿਸ਼ਾਂ ਹੁੰਦੀਆਂ ਨੇ, ਰਹਿਮਤਾਂ ਹੁੰਦੀਆਂ ਨੇ। ਫਿਰ ਜੀਵ ਜਦੋਂ ਕੰਨਾਂ ਦੇ ਨਾਲ ਸੁਣਦਾ ਹੈ, ਫਿਰ ਹੀ ਉਸ ਪਰਮਾਤਮਾ ਵਾਹਿਗੁਰੂ ਜੀਆਂ ਦੀ ਵਡਿਆਈ ਜਿਹੜੀ ਹੈ ਉਹ ਕਰ ਸਕਦਾ ਹੈ। ਮਾਫ ਕਰਨਾ, ਹੁਣ ਅਸੀਂ ਕੰਨਾਂ ਦੇ ਨਾਲ ਨਾ ਬਹੁਤ ਕੁਝ ਗਲਤ ਸੁਣਦੇ ਹਾਂ। ਇਸ ਮਨੁੱਖ ਦਾ ਸੁਭਾਅ ਪਤਾ ਕੀ ਹੈ? ਗੰਦਨ ਵੈਣ ਰਤਾ ਹਿਤਕਾਰੀ ਸ਼ਬਦ ਹੈ ਸੁਰਤ ਨਾ ਆਈ। ਇਹ ਤੇ ਗੰਦੇ ਗੀਤਾਂ ਦੇ ਵਿੱਚ ਇਹਨੇ ਆਪਣਾ ਜਿਹੜਾ ਮਨ ਹੈ ਨਾ ਉਹ ਲਾਇਆ ਹੋਇਆ। ਗੰਦੇ ਗੀਤ ਇਹਦੇ ਕੰਨਾਂ ਦੇ ਰਾਹੀਂ ਜਾਂਦੇ ਨੇ। ਨਿੰਦਿਆ ਚੁਗਲੀ ਜਿਹੜੀ ਹੈ ਉਹ ਕੰਨਾਂ ਦੇ ਰਾਹੀਂ ਸਰਵਣ ਕਰਦਾ ਹੈ। ਪਰ ਇਹ ਜਿਹੜੇ ਕੰਨ ਨੇ ਨਾ, ਸਾਨੂੰ ਸਤਿਗੁਰੂ ਜੀਆਂ ਦੀ ਗੁਰਬਾਣੀ ਸਰਵਣ ਕਰਨ ਦੇ ਵਾਸਤੇ ਜਿਹੜਾ ਸਤਿਗੁਰੂ ਜੀਆਂ ਨੇ ਲਾਏ ਨੇ ਸਾਡੇ ਸਰੀਰ ਦੇ ਨਾਲ। ਗੁਰੂ ਅਮਰਦਾਸ ਮਹਾਰਾਜ ਕਹਿੰਦੇ ਨੇ ਨਾ, ਇਹ ਸ਼ਰਵਣ ਹੋ ਮੇਰੇ ਹੋ ਸਾਚੈ ਸੁਣਦੇ ਨੂੰ ਪਠਾਏ। ਇਹ ਸ਼ਰਵਣ ਹੋ ਮੇਰੇ ਹੋ ਹਰ ਸਾਚੈ ਸੁਣਦੇ ਨੂੰ ਪਠਾਏ। ਸਾਚੈ ਸੁਣਦੇ ਨੂੰ ਪਠਾਏ ਸਰੀਰ ਲਾਏ। ਕਹਿੰਦੇ ਤੇਰੇ ਸਰੀਰ ਨੂੰ ਇਸ ਕਰਕੇ ਇਹ ਕੰਨਾਂ ਦੀ ਦਾਤ ਦਿੱਤੀ ਹੈ ਕਿ ਤੂੰ ਪ੍ਰਮਾਤਮਾ ਦਾ ਨਾਮ ਸੁਣ ਸਕੇ, ਪ੍ਰਮਾਤਮਾ ਦੀ ਵਡਿਆਈ ਸੁਣ ਸਕੇ। ਜਦੋਂ ਸਤਿਗੁਰੂ ਜੀਆਂ ਦੀ ਇਹ ਬਖਸ਼ਿਸ਼ ਰਹਿਮਤ ਹੋ ਗਈ ਕਿ ਅਸੀਂ ਕੰਨਾਂ ਦੇ ਨਾਲ ਉਸ ਪਰਮਾਤਮਾ ਵਾਹਿਗੁਰੂ ਜੀਆਂ ਦਾ ਨਾਮ ਸੁਣਨਾ ਸਰਵਣ ਕਰ ਦਿੱਤਾ, ਫਿਰ ਇਹ ਬਖਸ਼ਿਸ਼ ਹੋ ਜਾਵੇਗੀ। ਰਸਨਾ ਦੇ ਉੱਪਰੋਂ, ਜੀਭਾਂ ਦੇ ਉੱਪਰੋਂ ਆਪ ਹੀ ਸਤਿਗੁਰੂ ਜੀਆਂ ਦੇ ਬੋਲ ਜਿਹੜੇ ਨੇ ਉਹ ਆਪ ਹੀ ਸਤਿਗੁਰੂ ਜੀ ਆਪਣੀ ਮਿਹਰ ਦੇ ਨਾਲ ਕਰਵਾ ਲੈਣਗੇ। ਸੋ ਸਤਿਗੁਰੂ ਜੀ ਬਖਸ਼ਿਸ਼ ਕਰਨ। ਸੋ ਅੱਜ ਨਵੇਂ ਸਾਲ ਦੀ ਪ੍ਰਾਰੰਭਤਾ ਹੈ ਗੁਰਮਤਿ ਦੇ ਅਨੁਸਾਰ, ਨਾਨਕ ਸ਼ਾਹੀ ਕੈਲੰਡਰ ਦੇ ਅਨੁਸਾਰ। ਸਾਡੇ ਜੀਵ ਜਿਹੜੇ ਨੇ ਉਹ ਇੱਕ ਕਹਿ ਲਈਏ ਕਿ ਜਿਵੇਂ ਸਮਾਂ ਬਦਲਦਾ ਜਾਂਦਾ ਹੈ, ਆਪਣੇ ਗੁਰੂ ਦੀ ਸਿੱਖਿਆ ਨੂੰ ਵਿਸਾਰੀ ਜਾਂਦੇ ਨੇ। ਜਿਵੇਂ ਜਿਵੇਂ ਸਮਾਂ ਜਿਹੜਾ ਅੱਗੇ ਚੱਲਦਾ ਜਾਂਦਾ ਹੈ, ਅਸੀਂ ਗੁਰੂ ਦੀਆਂ ਸਿੱਖਿਆਵਾਂ, ਆਪਣੇ ਇਤਿਹਾਸ, ਆਪਣੀ ਪੰਜਾਬੀ ਨੂੰ ਛੱਡਦੇ ਜਾ ਰਹੇ। ਪਰ ਨਹੀਂ, ਗੁਰੂ ਕੇ ਸਿੱਖੋ, ਸਾਨੂੰ ਇਹ ਚਾਹੀਦਾ ਹੈ ਕਿ ਅਸੀਂ ਇਹਨਾਂ ਭਾਸ਼ਾਵਾਂ ਨੂੰ ਦੂਰ ਕਰਕੇ ਪੰਜਾਬੀ ਨੂੰ ਪਹਿਲ ਦਈਏ, ਗੁਰਮੁਖੀ ਨੂੰ ਪਹਿਲ ਦਈਏ, ਤਾਂ ਕਿ ਜਿਵੇਂ ਹੁਣ ਜਨਵਰੀ ਦੇ ਅੰਦਰ ਹੀ ਸਭਨਾਂ ਨੇ ਨਵਾਂ ਸਾਲ ਮਨਾਇਆ ਹੈ। ਹੁਣ ਦੇਖੀਦਾ ਹੈ ਨਾ ਇਹਨਾਂ ਸੋਸ਼ਲ ਮੀਡੀਆ ਦੇ ਉੱਪਰ, ਤੇ ਉਸ ਵੇਲੇ ਜਨਵਰੀ ਦੇ ਅੰਦਰ ਬਹੁਤ ਵਧਾਈਆਂ ਮੁਬਾਰਕਾਂ ਆਉਣਗੀਆਂ ਜੀ, ਨਵਾਂ ਸਾਲ ਹੈ ਜੀ, ਨਵਾਂ ਸਾਲ ਹੈ। ਪਰ ਜਿਹੜੇ ਗੁਰਮੁਖ ਪਿਆਰੇ ਨੇ ਨਾ, ਸੂਝਵਾਨ, ਉਹ ਗੁਰੂ ਦੀ ਕਿਰਪਾ ਦੇ ਅਨੁਸਾਰ ਰਹਿਮਤ ਦੇ ਨਾਲ ਉਸੇ ਤਰ੍ਹਾਂ ਚੱਲਦੇ ਨੇ ਜਿਵੇਂ ਪੰਜਾਬੀ ਨਾਨਕਸ਼ਾਹੀ ਕੈਲੰਡਰ ਹੈ, ਜਾਂ ਜਿਵੇਂ ਆਪਾਂ ਕਹਿ ਲਈਏ ਕਿ ਗੁਰਮਤਿ ਦੇ ਅਨੁਸਾਰ ਨਵਾਂ ਸਾਲ ਜਿਹੜਾ ਉਹ ਚੇਤਰ ਦੇ ਵਿੱਚ ਹੀ ਬਣਦਾ ਹੈ। ਇਸ ਮਹੀਨੇ ਦੇ ਅੰਦਰ ਅੱਜ 1 ਚੇਤ ਨੂੰ ਨਵੇਂ ਸਾਲ ਦੀ ਪ੍ਰਾਰੰਭਤਾ ਹੋਈ। ਬਾਕੀ ਜੀਵ ਜਿਵੇਂ ਮਰਜ਼ੀ ਕਰੀ ਜਾਣ, ਪਰ ਗੁਰੂ ਕੇ ਸਿੱਖ ਨੂੰ ਚਾਹੀਦਾ ਹੈ ਕਿ ਉਸ ਪ੍ਰਮਾਤਮਾ ਦੀ ਗੱਲ ਨੂੰ ਸਮਝੇ, ਉਸ ਪ੍ਰਮਾਤਮਾ ਦੀ ਵਡਿਆਈ ਨੂੰ ਸਮਝੇ, ਆਪਣੇ ਇਤਿਹਾਸ ਦੇ ਅੰਦਰ ਵਿਚਰਦਿਆਂ ਹੋਇਆਂ ਆਪਣੀ ਪੰਜਾਬੀ ਨੂੰ ਯਾਦ ਰੱਖੇ। ਜਿਵੇਂ ਆਪਾਂ ਕਹਿ ਦਿੰਦੇ ਆ, ਮਾਂ ਬੋਲੀ ਹੈ ਸਾਡੀ ਪੰਜਾਬੀ, ਪਰ ਅਸੀਂ ਕਿਤੇ ਨਾ ਕਿਤੇ ਇਹਨੂੰ ਵਿਸਾਰਦੇ ਜਾ ਰਹੇ ਆ। ਗੁਰੂ ਕਿਰਪਾ ਕਰੇ, ਰਹਿਮਤ ਕਰੇ, ਦੂਜੀਆਂ ਭਾਸ਼ਾਵਾਂ ਸਾਡੇ ਕੰਮ ਨਹੀਂ ਆਉਣੀਆਂ। ਇਸ ਲਈ ਸਾਡਾ ਸਾਥ ਦੇਣਾ ਹੈ। ਸੋ ਅਸੀਂ ਜਿਹੜਾ ਨਵਾਂ ਸਾਲ ਹੈ ਚੇਤ ਦੇ ਮਹੀਨੇ ਤੋਂ ਹੀ ਮਨਾਇਆ ਕਰੀਏ। ਸੋ ਸਤਿਗੁਰੂ ਰਹਿਮਤ ਕਰਨ। ਚੇਤਰ ਦੀ ਸੰਗਰਾਂਦ ਜਿਹੜੀ ਹੈ ਉਹ ਸਭਨਾ ਜੀਵਾਂ ਦੀ ਸਫਲੀ ਹੋਵੇ। ਇਸ ਮਹੀਨੇ ਦੇ ਅੰਦਰ ਆਪਾਂ ਗੁਰੂ ਚਰਨਾਂ ਦੇ ਨਾਲ ਜੁੜ ਜਾਈਏ। ਸਤਿਗੁਰੂ ਜੀਆਂ ਦੇ ਚਰਨਾਂ ਪਾਸ ਬੇਨਤੀ ਕਰੀਏ ਕਿ ਸਤਿਗੁਰੂ, ਪਿਛਲੇ ਮਹੀਨਿਆਂ ਦੇ ਅੰਦਰ, ਪਿਛਲੇ ਸਾਲ ਦੇ ਅੰਦਰ ਵਿਚਰਦਿਆਂ ਹੋਇਆਂ ਦੁਨਿਆਵੀ ਅਸੀਂ ਜੀਵ ਆ, ਪਤਾ ਨਹੀਂ ਕਿੰਨੀਆਂ ਕੁ ਗਲਤੀਆਂ ਭੁੱਲਾਂ ਹੋ ਜਾਂਦੀਆਂ ਨੇ। ਤੂੰ ਦਿਆਲੂ ਹੈ, ਕਿਰਪਾਲੂ ਹੈ, ਬਖਸ਼ਣਹਾਰ ਹੈ। ਕਿਰਪਾ ਕਰਕੇ, ਬਖਸ਼ ਕਰਕੇ ਇਹ ਰਹਿਮਤ ਕਰ ਸਾਡੇ ਉੱਪਰ ਕਿ ਹੁਣ ਸਾਨੂੰ ਚਰਨਾਂ ਦੇ ਨਾਲ ਜੋੜ ਲੈ। ਹੁਣ ਸਾਡੇ ਉੱਪਰ ਤਰਸ ਕਰ। ਅਸੀਂ ਜੀਵ ਤੈਨੂੰ ਪਾ ਨਹੀਂ ਸਕਦੇ, ਤੈਨੂੰ ਮਿਲ ਨਹੀਂ ਸਕਦੇ, ਕਿਉਂਕਿ ਕਾਲ ਨਾ ਮਿਲਿਓ, ਸੇਵ ਨਾ ਮਿਲਿਓ।
ਮਿਲਿਓ ਆਏ ਅਚਿੰਤਾ। ਤੂੰ ਘਾਲ ਕਮਾਈ ਦੇ ਨਾਲ, ਮਿਹਨਤ ਦੇ ਨਾਲ ਨਹੀਂ ਮਿਲਦਾ, ਇਹ ਤੇਰੀ ਬਖਸ਼ਿਸ਼ ਹੋਵੇ, ਰਹਿਮਤ ਹੋਵੇ, ਤਾਂ ਹੀ ਤੂੰ ਸਾਡੇ ਜੀਵਾਂ ਨੂੰ ਆਣ ਕਰਕੇ ਤਾਰਦਾ ਹੈ। ਸਤਿਗੁਰੂ ਕਿਰਪਾ ਕਰੇ। ਸਤਿਗੁਰੂ ਜੀਆਂ ਦੀ ਪਾਵਨ ਪਵਿੱਤਰ ਵਿਚਾਰ ਕਰਦਿਆਂ ਹੋਇਆਂ ਇੱਕ ਨਹੀਂ ਅਨੇਕ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਹੋ ਜਾਣੀਆਂ ਸੁਭਾਵਿਕ ਨੇ। ਸਤਿਗੁਰੂ ਬਖਸ਼ਣ ਯੋਗ ਹੈ। ਸਤਿਗੁਰੂ ਜੀ ਬਖਸ਼ ਲੈਣਾ। ਅਸੀਂ ਅਣਜਾਣ ਅਲਪੱਗ ਜੀਵ ਹਾਂ, ਤੁਸੀਂ ਬਖਸ਼ਣਹਾਰ ਹੋ ਅਗਾਂਹ ਵਾਸਤੇ। ਇਸੇ ਤਰ੍ਹਾਂ ਹੀ ਸਤਿਗੁਰੂ ਜੀ ਤੁਹਾਡੇ ਚਰਨਾਂ ਦੇ ਵਿੱਚ ਜੁੜ ਕਰਕੇ ਆਪ ਜੀਆਂ ਦੀ ਵਡਿਆਈ ਸੋਭਾ ਇਸੇ ਤਰ੍ਹਾਂ ਕਰਦੇ ਰਹੀਏ। ਜਿਨ੍ਹਾਂ ਤੱਕ ਸਵਾਸ ਨੇ ਸਤਿਗੁਰੂ, ਉਹਨਾਂ ਤੱਕ ਆਪਣੀ ਵਡਿਆਈ ਇਸੇ ਤਰ੍ਹਾਂ ਕਰਵਾਉਂਦੇ ਰਹਿਣਾ। ਕਥਾ ਕਰਨ ਦੀ ਜਾਚ ਆ ਜਾਵੇ, ਭੁੱਲਾਂ ਚੁੱਕਾਂ ਦੀ ਮਾਫੀ। ਆਓ ਬੜੇ ਪ੍ਰੇਮ ਦੇ ਨਾਲ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀਆਂ ਦੀ ਬਖਸ਼ਿਸ਼ ਕੀਤੀ ਹੋਈ ਫਤਿਹ ਦਾ ਸਿਮਰਨ ਕਰੀਏ ਜੀ। ਗੱਜ ਕਰਕੇ ਆਖਣਾ ਕਰੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।